ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਜ਼ਰ ਨੇ ਸਰਦਾਰ ਗੁਰਨਾਮ। नमस्कार सारे दर्शकों ਨੂੰ ਸਾਰੇ ਸਰੋਤਿਆਂ ਨੂੰ। ਕੀ ਹਾਲ ਚਾਲ, ਠੀਕ ਹੋ? ਪਟਿਆਲਾ ਪੈਗ, ਪਟਿਆਲਾ ਪੱਗ, ਪਟਿਆਲਾ ਸਲਵਾਰ, ਪਟਿਆਲਾ ਜੁੱਤੀ, ਪਟਿਆਲੇ ਦਾ 22 ਨੰਬਰ ਫਾਟਕ। ਪਟਿਆਲਾ ਪਰਾਂਦੇ 22 ਨੰਬਰ ਫਾਟਕ ਦਾ ਚੇਤਾ ਸੀਗਾ। ਗਿਲ ਸਰਜੀਤ ਚਲਾ ਜਾਂਦਾ ਤੁਸੀਂ ਸਾਡੇ। ਕਿਆ ਬਾਤ, ਗੀਤ ਜਦੋਂ ਆਇਆ ਸੀਗਾ, ਵੇਖੋ ਜਦੋਂ ਗੀਤ ਆਇਆ ਸੀ ਆਪਣੇ ਆਪ ਦੇ ਵਿੱਚੋਂ ਗੀਤ ਬਹੁਤ ਹਾਂਜੀ ਮਸ਼ਹੂਰ ਹੋਇਆ ਸੀ। ਖੈਰ ਸ਼ਹਿਰ ਪਟਿਆਲੇ ਦੇ ਮੁੰਡੇ ਪੁੱਤ ਗੱਭਰੂ ਨੇ ਸੋਹਣੇ। ਹਾਂ ਪੱਗਾਂ ਪੋਚਵੀਆਂ। ਹਾਂ ਬਿਲਕੁਲ ਬਿਲਕੁਲ। ਚਲੋ ਸਰ ਅੱਜ ਜੱਸਾ ਸੰਗਰਾਮ ਜਿਹੜੇ ਜਨਮਦਿਨ ਵੀ ਹੈ। ਇੱਕ ਗੱਲ ਸੀਗੀ, ਉਹਨਾਂ ਨੇ ਇੱਕ ਜਿਹੜਾ ਅੱਜ ਨਹੀਂ ਤੇ ਆਪਾਂ ਜੇ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ 22 ਨੰਬਰ ਫਾਟਕ ਤੇ ਖੜਦੇ ਨੇ ਵੱਡਿਆਂ ਘਰਾਂ ਦੇ ਕਾਕੇ। ਹੁਣ ਵੱਡਿਆਂ ਘਰਾਂ ਦੇ ਕਾਕੇ ਖੜਦੇ ਕਿਉਂ ਸੀ? ਕਿਹੜੀ ਗੱਲੋਂ ਖੜਦੇ ਸੀ? ਉਹ ਪਤਾ ਕੀ ਕਾਰਨ ਚਾਲੋ ਸਾਹਿਬ, ਇਹਦੇ ਪਿੱਛੇ ਕਾਰਨ ਬੜਾ ਵੱਡਾ ਸੀਗਾ। ਕਿਉਂਕਿ ਜਿਹੜਾ ਬਾਈਨਲ ਫਾਟਕ ਚਗਿਰਦਾ ਹੈਗਾ ਨਾ, ਚਗਿਰਦਾ ਆਲੇ ਦੁਆਲੇ ਜੋ ਹੈਗਾ ਉੱਥੇ ਬੜੇ ਪੌਸ਼ ਇਲਾਕਾ ਹੈਗਾ, ਮਲ ਟਾਊਨ ਹੈਗਾ ਉੱਥੇ। ਤੇ ਉੱਥੇ ਜਿਹੜਾ ਕਿ ਲੀਲਾ ਭਵਨ ਹੈਗਾ, ਨਾਲ ਹੀ ਜੱਜਾਂ ਦੀਆਂ, DC ਦੀਆਂ ਤੇ SSP ਵਗੈਰਾ ਬੜੇ ਵੱਡੇ ਅਧਿਕਾਰੀਆਂ ਦੀਆਂ ਕੋਠੀਆਂ ਹੈਗੀਆਂ ਨੇ। ਤੇ ਇੱਕ ਪਾਸੇ ਪੰਜਾਬੀ ਬਾਗ ਹੈਗਾ। ਬੜੇ ਟੋਟਲੀ ਚਗਿਰਦਾ ਪੌਸ਼ ਇਲਾਕਾ, ਬੜੇ ਅਮੀਰ ਲੋਕਾਂ ਦਾ ਕਾਕਿਆਂ ਦਾ ਇਲਾਕਾ ਸਾਰਾ। ਇਸ ਕਰਕੇ ਸੀਗਾ ਖੜਦੇ ਕਾਕੇ। ਠੀਕ ਹੈ। ਚਲੋ ਸੇਫ ਕਰ ਦਿਓ ਕਾਕਿਆਂ ਨੂੰ, ਪਟਿਆਲੇ ਵਾਲੇ ਨੂੰ। ਪਟਿਆਲੇ ਵਾਲੇ ਕਾਕਿਆਂ ਨੂੰ ਸੇਫ ਕਰ ਦਿਓ। ਹੁਣ ਬਾਈਕ ਨੂੰ ਫੜਦੇ ਘੱਟ ਖੜਦੇ ਆ। ਇੱਕ ਸਾਡੇ ਨਾ ਸ਼ਾਂਤੀ ਨਗਰ ਇੱਕ ਖੁੱਲਾ ਮੈਦਾਨ ਨਜ਼ਰ ਆ ਗਿਆ। ਉਹ ਸ਼ਾਂਤੀ ਨਗਰ ਵਿੱਚ ਵੱਧ ਨਜ਼ਰ ਆਉਂਦੇ ਕਾਕੇ ਅੱਜ ਕੱਲ। ਉੱਥੇ ਟੀਕੇ, ਸ਼ੀਸ਼ੀਆਂ ਤੇ ਹੋਰ ਬੜੇ ਕਰਕਮ ਵਾਲੇ ਕਾਗਜ਼ ਜਿਹੜੇ ਕਿ ਹੇਠਾਂ ਅੱਗ ਬਚਾ ਕੇ ਸੁੰਘਿਆ ਜਾਂਦਾ, ਉਹ ਮਿਲਦੇ ਆ। ਹੁਣ ਉਹਦਾ ਨਾਂ ਰੱਖਿਆ ਸ਼ਾਂਤੀ ਨਗਰ। ਆਮ ਤੌਰ ਤੇ ਪੁਲਿਸ ਉੱਥੇ ਜਾਂਦੀ ਹੈ ਸ਼ਾਂਤੀ ਨਗਰ। ਕਾਕੇ ਬਾਈ ਦਿਨ ਫੜਦੇ ਘੱਟ ਖੜਦੇ ਆ। ਸ਼ਾਂਤੀ ਨਗਰ ਜਾਣਾ, ਸ਼ਾਂਤੀ ਨਗਰ ਬਿਲਕੁਲ ਮੋਤੀ ਮਹਿਲ ਦੇ ਨਾਲ ਆ, ਗੁੱਟ ਤੇ ਦਵੇਂ ਬਿਲਕੁਲ। ਕੋਈ ਸ਼ਾਂਤੀ ਨਗਰ ਇਲਾਕਾ ਨਹੀਂ, ਇੱਕ ਗਰਾਊਂਡ ਹੈਗਾ ਬੜਾ ਅੜੇ ਦੁਆਰ। ਉੱਥੇ ਜਿਹੜਾ ਸਮਾਨ ਤੁਸੀਂ ਕਹਿੰਦੇ ਕਿ ਪਿਆ ਮਿਲਦਾ ਵਾ, ਖਿਲਰਿਆ ਮਿਲਦਾ ਵਾ, ਉਹ ਤੁਸੀਂ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਦੀਵੇ ਤਲੇ ਅੰਧੇਰੇ ਵਾਲੀ ਗੱਲ ਕਰਦੀ ਹੈ। ਕਿਆ ਬਾਤ। ਮੋਤੀ ਮਹਿਲ ਦੇ ਬਿਲਕੁਲ ਲਾਗੇ। ਤੇ ਮੋਤੀ ਮਹਿਲ ਕਿਹਦਾ? ਰਾਜੇ ਦਾ। ਰਾਜਾ ਕਿਹੜਾ ਹੈ? ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ। ਵਾਹ ਕਿਆ ਬਾਤ। ਚਲੋ, ਕੇਂਦਰੀ ਮੰਤਰੀ ਨੇ ਪੀਯੂਸ਼ ਗੋਇਲ ਤੇ ਉੱਚ ਅਧਿਕਾਰੀ ਸਮਿਤਾ ਡਾਬਰਾ ਚਰਚਾ 'ਚ ਨੇ। ਅਦਾਲਤ ਨੇ ਹਾਜ਼ਰ ਹੋਣ ਲਈ ਕਿਹਾ, ਹਾਜ਼ਰ ਹੋ, ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਚਾੜੇ ਨੇ। ਮਾਮਲਾ ਕਰੋਨਾ ਸੰਕਟ ਦਾ, ਕੀ ਕਹਿਣਾ ਚਾਹੋਗੇ? ਕਮਲਾ ਸਾਹਿਬ, ਉਹੀ ਗੱਲ ਹੈਗੀ ਆ ਵੀ ਜਿਹੜਾ ਨਾ ਮਾਨਯੋਗ ਹਾਈ ਕੋਰਟ ਦੇ ਵਿੱਚ 16 ਅਪ੍ਰੈਲ ਨੂੰ ਉਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਸੀਗਾ ਕਿ ਦਿੱਲੀ ਦੇ ਵਿੱਚ ਆਕਸੀਜਨ ਦੀ ਕਮੀ ਨਾ ਆਵੇ, ਦਿੱਲੀ ਵਿੱਚ ਵੈਕਸੀਨੇਸ਼ਨ ਅੱਛੇ ਤਰੀਕੇ ਨਾਲ ਹੋਵੇ। ਉਹ ਹੁਕਮ ਦੀ ਤਾਮੀਲ ਨਹੀਂ ਕਹਿੰਦੇ ਹੋਈ। ਮਾਨਯੋਗ ਹਾਈ ਕੋਰਟ ਕਹਿੰਦੀ ਵੀ ਸਾਡੇ ਗੱਲ ਦੀ ਤਾਮੀਲ ਨਹੀਂ ਹੋਈ, ਤੁਸੀਂ ਸਮਝ ਰਹੇ। ਮੁਰਗ ਦੀ ਤਰ੍ਹਾਂ ਸ਼ੁਤਰਮੁਰਗ ਸ਼ਬਦ ਵਰਤਿਆ ਨੇ। ਸ਼ੁਤਰਮੁਰਗ ਦੀ ਤਰ੍ਹਾਂ ਤੁਸੀਂ ਮਿੱਟੀ ਵਿੱਚ, ਰੇਤੇ ਵਿੱਚ ਆਪਣਾ ਮੂੰਹ ਪਾ ਕੇ ਬਹਿ ਸਕਦੇ ਹੋ, ਪਰ ਅਸੀਂ ਨਹੀਂ ਬਹਿ ਸਕਦੇ। ਤੇ ਇਸ ਗੱਲ ਦਾ ਜਵਾਬ ਦਿਓ ਤੁਸੀਂ ਆ ਕੇ। ਨਿੱਜੀ ਤੌਰ ਤੇ ਪੀਯੂਸ਼ ਗੋਇਲ ਕੇਂਦਰੀ ਮੰਤਰੀ ਹੈਗੇ ਆ, ਸਮਿਤਾ ਡਾਬਰਾ ਅਧਿਕਾਰੀ ਹੈਗੇ ਆ, ਉਹਨਾਂ ਨੂੰ ਨਿੱਜੀ ਤੌਰ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣ ਵਾਸਤੇ ਕਿਹਾ। ਸ਼ਾਇਦ ਕੱਲ ਨੂੰ ਪੇਸ਼ੀ ਹੈ। ਤੇ ਉਹਦਾ ਹੁਣ ਕੀ ਅੱਗੇ ਆਉਣਾ ਵੱਖਰੀ ਗੱਲ ਆ, ਪਰ ਇਹੋ ਜਿਹੇ ਸਖਤ ਮਾਨਯੋਗ ਸੁਪਰੀਮ ਕੋਰਟ ਸਗੋਂ ਘੱਟ ਸਖਤ ਨਜ਼ਰ ਆ ਰਹੀ ਹੈ। ਜਿਹੜੀਆਂ ਹਾਈ ਕੋਰਟਾਂ ਨੇ, ਜੋ ਸੂਬਿਆਂ ਦੀਆਂ ਹਾਈ ਕੋਰਟਾਂ ਨੇ, ਉਹਨਾਂ ਵਿੱਚੋਂ ਬੜੇ ਸਖਤ ਫੈਸਲੇ ਆ ਰਹੇ ਹਨ। ਦਿੱਲੀ ਹਾਈ ਕੋਰਟ ਦਾ ਵੀ ਇਹ ਸਖਤ ਫੈਸਲਾ, ਕੈਬਨਿਟ ਮੰਤਰੀ ਜਿੱਥੇ ਕਹਿੰਦੇ ਆ ਵੀ ਮੋਦੀ ਸਰਕਾਰ ਦੀ ਤਾਂ ਹਾਈ ਕੋਰਟ, ਸੁਪਰੀਮ ਕੋਰਟ ਵੀ ਚੱਲਦੀ ਆ ਬਹੁਤ ਤੇ ਵੱਡੇ ਪੱਧਰ ਤੇ, ਉੱਥੇ ਹਾਈ ਕੋਰਟ ਨੇ ਦਿਖਾਤਾ ਕਿ ਨਹੀਂ, ਹਾਈ ਕੋਰਟਾਂ ਦੇ ਵਿੱਚ ਜੋ ਬੈਠੇ ਨਿਆਂਧੀਸ਼ ਹੈਗੇ ਆ, ਜੱਜ ਸਾਹਿਬਾਨ ਹੈਗੇ ਆ, ਉਹਨਾਂ ਦੇ ਵਿੱਚ ਜੋ ਪਟੀਸ਼ਨ ਜਾ ਰਹੀ ਆ ਜਾਂ ਸ਼ੋਅ ਮੋਡਲ ਦਾ ਨੋਟਿਸ ਲੈ ਰਹੇ ਆ, ਉਹ ਆਪਣੇ ਆਪ 'ਚ ਕਾਬਲੇ ਗੌਰ ਹੈਗੇ ਆ। ਤੇ ਹੁਣ ਦੇਖੋ ਪੀਯੂਸ਼ ਗੋਇਲ ਜੀ ਆਪਣਾ ਕੀ ਦਿੰਦੇ ਆ, ਜਵਾਬ ਕੀ ਦਿੰਦੇ ਆ ਚਾਵਲਾ ਸਾਹਿਬ। ਅੱਛਾ, ਇੱਕ ਮਤਲਬ ਸਰਕਾਰ ਇਸ ਵਕਤ ਚਾਰਜ ਫਿਰ ਕਰੋਨਾ ਕਰਕੇ ਜਿਹੜਾ ਹੈ ਉਹ ਥੋੜ੍ਹਾ ਜਿਹਾ ਸਖਤੀ ਦੇ ਵਿੱਚ ਐਕਰੀ ਵੀ ਨਜ਼ਰ ਆਉਂਦੀ ਹੈ। ਪਰ ਕੱਲ੍ਹ ਵੀ ਗੱਲ ਆਪਾਂ ਕੀਤੀ ਕਿ ਸਰਕਾਰ ਕੋਈ ਵੀ ਹੋਵੇ, ਜਿੰਨਾ ਚਿਰ ਅਸੀਂ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਹੀ ਨਹੀਂ ਹੈ, ਹੁਕਮ ਅਦੂਲੀਆਂ ਕਰੀ ਜਾਣੀਆਂ ਨੇ ਔਰ ਮੋਢੇ ਥਾਣੇ ਚੁੱਕੀ ਫਿਰਨਾ ਕਿ ਕੁਛ ਨਹੀਂ ਹੋਣ ਲੱਗਾ, ਸਾਨੂੰ ਕੁਛ ਨਹੀਂ ਹੋਣ ਲੱਗਾ। ਪਰ ਸਰਕਾਰ ਕਿਸੇ ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਠੇਕੇ ਤੇ ਖੁੱਲ੍ਹੇ ਨੇ
ਧਨਾਡਾਂ ਦੇ ਕਾਰੋਬਾਰ ਵੀ ਖੁੱਲੇ ਨੇ, ਪਰ ਮਾਤੜ ਮਾੜਾ ਜਿਹਾ ਸ਼ਟਰ ਚੁੱਕ ਕੇ ਵੀ ਬੈਠਾ ਹੁੰਦਾ ਤੇ ਮਹੱਲੇ ਵਾਲੀ ਪੁਲਿਸ ਇੰਨੀ ਗਰਮੀ ਆ ਉਹਦੇ 'ਚੋਂ ਬੈਠਾ ਦੁਕਾਨ ਦੇ ਵਿੱਚ, ਹੁਣ ਅੰਦਰ ਘਰੇ ਬੈਠੇ ਮਾੜਾ ਸ਼ਟਰ ਚੁੱਕ ਕੇ ਬੈਠਾ ਤਾਂ ਵੀ ਹੱਥ ਘੜੀਆਂ ਲਾ ਕੇ ਥਾਣੇ ਨੂੰ ਲੈ ਜਾਂਦੀ ਹੈ। ਕਿੰਨੀ ਜਲੀਲ ਕਰਦੀ ਹੈ। ਬੰਦਾ ਜੇ ਕਰਫਿਊ 5 ਮਿੰਟ ਲੇਟ ਹੋ ਗਿਆ, ਰਾਹ ਦੇ ਵਿੱਚ ਘਿਰ ਗਿਆ, ਡੰਡੇ ਮਾਰ ਮਾਰ ਕੇ ਚੰਗੇ ਭਲੇ ਬੰਦੇ ਦਾ ਉਹ ਜਲੂਸ ਕੱਢ ਦਿੰਦੇ ਨੇ। ਹਾਂਜੀ, ਦਸਤਾਰ ਕਿਤੇ ਰੁਲੀ ਹੁੰਦੀ ਆ, ਬੰਦਾ ਆਪ ਕਿਤੇ ਰੁਲਿਆ ਹੁੰਦਾ, ਭਾਵੇਂ ਵਾਈਫ ਵੀ ਨਾਲ ਹੋਵੇ। ਹਾਂਜੀ, ਮਤਲਬ ਪਤਾ ਨਹੀਂ ਕੀ ਇਹਨਾਂ ਦੇ ਦਿਮਾਗ 'ਤੇ ਭੂਤ ਸਵਾਰ ਹੁੰਦਾ। ਇੱਕ ਮੈਨੂੰ ਇਹ ਨਹੀਂ ਸਮਝ ਲੱਗੀ, ਇੰਨੀ ਗਰਮੀ ਆ, ਉਹ ਗਰਮੀ ਦੇ ਬਾਵਜੂਦ ਵੀ ਕੇਂਦਰ ਸਰਕਾਰ, ਤੁਸੀਂ ਆਪਣੇ ਹਾਈ ਕੋਰਟ ਕਹਿ ਰਹੇ, ਹਾਈ ਕੋਰਟ ਦਾ ਫੈਸਲਾ ਕਿ ਕਾਰ ਦੇ ਵਿੱਚ ਵੀ ਤੁਸੀਂ ਬੈਠੇ ਹੋ ਤੇ ਮਾਸਕ ਲਾ ਕੇ ਬਹਿਣਾ, ਹਸਬੈਂਡ ਵਾਈਫ ਤਾਂ ਵੀ, ਚਾਹੇ ਇਕੱਲਾ ਬੈਠਾ ਤਾਂ ਵੀ ਕਾਰ ਦੇ ਵਿੱਚ। ਹਾਂਜੀ, ਇਹ ਤਾਂ ਮੰਨ ਸਕਦੇ ਕਾਰ ਤੋਂ ਬਾਹਰ ਨਿਕਲੋ ਤੇ ਤੁਸੀਂ ਆਪਣਾ ਮਾਸਕ ਲਾ ਕੇ ਬਹਿਣਾ, ਕਾਰ ਦੇ ਅੰਦਰ ਤਾਂ ਇਸ ਲੈ ਕੇ ਉਹਦਾ ਘਰ ਹੈ। ਹਾਂਜੀ, ਕਾਰ ਦੇ ਵਿੱਚ ਵੀ ਹਸਬੈਂਡ ਵਾਈਫ ਬੈਠੇ ਜਾਂ ਇਕੱਲਾ ਬੰਦਾ ਬੈਠਾ ਤੇ ਮਾਸਕ ਲਾ ਕੇ ਬਹਿਣਾ ਬੜਾ ਜ਼ਰੂਰੀ ਹੈ। ਪਰ ਉਹਨਾਂ ਵਾਸਤੇ, ਸਾਡੇ ਤੁਹਾਡੇ ਵਾਸਤੇ ਜਿਹੜੇ ਵੱਡੇ ਨੇ ਧਨਾੜ, ਚਾਹੇ ਉਹ ਜੋ ਮਰਜ਼ੀ ਕਰੀ ਜਾਣ, ਮਤਲਬ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋ, ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਮਹੱਲੇ ਦਾ ਮਾੜਾ ਜਿਹਾ ਪ੍ਰਧਾਨ ਬਣਿਆ ਹੋਵੇ, ਚਾਹੇ ਜਿਹਦੇ 4 ਵੋਟਾਂ ਮਗਰ ਨੇ, ਜੋ ਮਰਜ਼ੀ ਕਰੀ ਚਲੇ। ਅੱਛਾ, ਪਹਿਲੀ ਗੱਲ ਤੇ ਤੁਸੀਂ ਦੇਖੋ ਕੀਦਾ ਸਾਹਿਬ, ਉੱਥੇ ਮੇਰੇ ਖਿਆਲ ਦੇ ਵਿੱਚ, ਜੇ ਮੈਂ ਗਲਤ ਅੰਕੜੇ ਦੱਸਾਂ, ਬਹੁਤ ਵੱਡੀ ਤਾਦਾਦ ਮੈਂ ਕਹਿ ਲੈਣਾ ਲੋਕਾਂ ਨੂੰ ਮਾਸਕ ਹੀ ਨਹੀਂ ਪਾਉਣਾ ਆਉਂਦਾ। ਮਾਸਕ ਕਾਹਦਾ? ਮਾਸਕ ਤੇ ਸਿਰਫ ਉਹ ਬੁੱਲ ਢੱਕਦੇ ਨੇ। ਅਸਲੀ ਮਾਸਕ ਤੇ ਤੁਹਾਡਾ ਨੱਕ ਦਾ ਇੰਨਾ ਫੇਸ ਕਵਰ ਹੋਣਾ ਚਾਹੀਦਾ। ਤੁਸੀਂ ਡਾਕਟਰ ਲੈ ਲਓ, ਉੱਥੇ ਬਹੁਤ ਘੱਟ ਡਾਕਟਰ ਜਿਹੜੇ ਪੂਰਾ ਫੇਸ ਮਾਸਕ ਲਾ ਕੇ ਰੱਖਦੇ ਨੇ। ਚਾਹੇ ਤੁਸੀਂ ਉੱਥੇ ਪੱਤਰਕਾਰ ਲੈ ਲਓ, ਚਾਹੇ ਪੱਤਰਕਾਰਾਂ ਨੂੰ ਜਵਾਬ ਦੇਣ ਵਾਲੇ ਲੀਡਰ ਲਾ ਲਓ, ਜਾਂ ਕੋਈ ਵੀ ਬੰਦਾ ਜਿੱਥੇ ਖਲੋਤੇ ਹੁੰਦੇ ਨੇ 10 20 50 ਜਾਣੇ, ਕੋਈ ਵੀ ਮਾਸਕ ਪ੍ਰੋਪਰ ਉਹਦਾ ਜਿਹੜਾ ਹੈ ਉਹਨੂੰ ਫੋਲੋ ਨਹੀਂ ਕਰਦਾ। ਉਹਦੇ ਨਿਯਮ ਕੀ ਨੇ? ਕਰੋਨਾ ਤੇ ਫੈਲਣਾ ਹੀ ਫੈਲਣਾ ਬਈ। ਜੇ ਉਹਨਾਂ 10 ਦੇ ਵਿੱਚੋਂ ਇੱਕ ਨੂੰ ਹੈ ਤੇ ਉਹਨੇ ਮੱਖਣਾ ਥੋੜ੍ਹੀ ਕਿਸੇ ਨੂੰ। ਅੱਛਾ, ਤੁਸੀਂ ਗੱਲ ਕੀਤੀ ਕਿ ਕੋਰਟਾਂ ਦੇ ਫੈਸਲੇ ਸਖਤ ਆ ਰਹੇ ਨੇ, ਸੁਪਰੀਮ ਕੋਰਟ ਦੇ ਫੈਸਲੇ ਸਖਤ ਨਹੀਂ ਆ ਰਹੇ। ਸ਼ਾਇਦ ਜੱਜ ਸਾਹਿਬ ਰਿਟਾਇਰ ਤਾਂ ਨਹੀਂ ਹੋਣ ਵਾਲੇ? ਰਿਟਾਇਰ ਹੋ ਗਏ, ਨਵੇਂ ਆ ਗਏ, ਅਤੇ ਨਵੇਂ ਆ ਗਏ। ਉਹਨਾਂ ਨੂੰ ਆਉਣ ਵਾਲਾ ਭਵਿੱਖ ਦਿਖਦਾ ਹੋਣਾ, 2-4 ਸਾਲਾਂ ਬਾਅਦ ਉਹਨੇ ਵੀ ਰਿਟਾਇਰ ਹੋਣਾ ਨਾ। ਰਾਜ ਸਭਾ ਮੈਂਬਰੀ ਦਿਖਦੀ ਹੈ ਜਾਂ ਹਾਈ ਕੋਰਟ ਤੋਂ ਰਿਟਾਇਰ ਹੋਣ ਤੋਂ ਬਾਅਦ ਅਜੇ ਜਿਹੜੇ ਜੱਜ ਨੇ ਉਹਨਾਂ ਨੂੰ ਸ਼ਾਇਦ ਇਹ ਨਾ ਦਿਖਦਾ ਹੋਵੇ ਵੀ ਸਾਨੂੰ ਕਿਸੇ ਸੂਬੇ ਦਾ ਗਵਰਨਰ ਮਿਲਣਾ ਜਾਂ ਮਿਲਣਾ ਉਹਦਾ ਜਾਂ ਨਹੀਂ ਮਿਲਣਾ। ਨਹੀਂ ਤਾਂ ਉੱਥੋਂ ਵੀ ਇਹੋ ਜਿਹੇ ਜਵਾਬ ਆ ਜਾਂਦੇ। ਹਾਂਜੀ, ਇਹ ਸੱਚਾਈ ਹੈ, ਜਿਹੜਾ ਸੱਚਾਈ ਸਾਹਮਣੇ ਰੱਖੇ ਉਹ ਚੁੱਭਦੀ ਹੁੰਦੀ ਹੈ। ਦਿੱਲੀ ਸ਼ਮਸ਼ਾਨ ਘਾਟਾਂ ਦੀਆਂ ਬਹੁਤ ਸਾਰੀਆਂ ਜਿਨ੍ਹਾਂ ਦੇ ਰਿਸ਼ਤੇਦਾਰ, ਦੋਸਤ ਮਿੱਤਰ, ਭੈਣ ਭਰਾ ਨੇ, ਉਹ ਰੋ ਰਹੇ ਨੇ, ਕਰਲਾ ਰਹੇ ਨੇ। ਉਹਨਾਂ ਦੀਆਂ ਫੋਟੋਆਂ, ਵੀਡੀਓ ਸਾਹਮਣੇ ਆ ਰਹੀਆਂ ਨੇ। ਸ਼ਮਸ਼ਾਨ ਘਾਟਾਂ ਦੀ ਥੋੜ ਪੈ ਗਈ ਹੈ। ਦਿੱਲੀ ਸਰਕਾਰ ਤੇ ਕੇਂਦਰ ਤੋਂ ਜਵਾਬ ਮੰਗਿਆ ਦਿੱਲੀ ਹਾਈ ਕੋਰਟ ਨੇ। ਕੀ ਕਹਿਣਾ ਚਾਹੋਗੇ? ਇਹ ਆਪਣੇ ਆਪ ਤਾਂ ਦੇਖੋ, ਅੱਜ ਕੱਲ੍ਹ ਜਿਹੜਾ ਕਰੋਨਾ ਚੱਲ ਰਿਹਾ, ਸਭ ਕੋਵਿਡ ਦਾ ਕਹਿਰ ਚੱਲ ਰਿਹਾ, ਇਹ ਬਹੁਤ ਕੁਝ ਨਵਾਂ ਲੈ ਕੇ ਆ ਰਿਹਾ। ਬਹੁਤ ਸਾਰੇ ਨਵੇਂ ਸ਼ਬਦ ਆ ਗਏ ਸਾਡੇ ਸਮਾਜ ਦੇ ਵਿੱਚ, ਤੇ ਬਹੁਤ ਕੁਝ ਨਵਾਂ ਕਰੂਰਤਾ ਭਰਿਆ ਵੀ ਆ ਰਿਹਾ। ਸ਼ਮਸ਼ਾਨ ਘਾਟਾਂ ਦੇ ਜਿਹੜੇ ਸੰਸਕਾਰ ਕਰਨ ਵਾਸਤੇ ਜਿਹੜੇ ਕਰੋਨਾ ਪੀੜਤ ਹੈਗੇ ਆ, ਉਹਨਾਂ ਦੀ ਬਹੁਤ ਹੁੰਦੀ ਆ, ਸੰਸਕਾਰ ਨਹੀਂ ਹੋ ਰਹੇ ਪ੍ਰੋਪਰ ਤਰੀਕੇ ਨਾਲ। ਤੇ ਪਟੀਸ਼ਨ ਪਾਈ ਗਈ ਸੀ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ। ਉਹਨਾਂ ਨੇ ਇਹ ਜਵਾਬ ਮੰਗਿਆ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਤੋਂ ਕਿ ਥਾਂ ਕਿਉਂ ਨਹੀਂ ਮਿਲ ਰਹੀ, ਥਾਂ ਮਿਲਣੀ ਚਾਹੀਦੀ ਹੈ, ਸੰਸਕਾਰ ਕਰਨ ਵਾਸਤੇ ਥਾਂ ਮਿਲਣੀ ਚਾਹੀਦੀ ਹੈ। ਜਵਾਬ ਦੇ ਦਿੱਤਾ ਕਿ ਦਿੱਲੀ ਵਿੱਚ ਥਾਂ ਕਿਉਂ ਘੱਟ ਗਈ ਹੈ। ਦਿੱਲੀ ਵਿੱਚ 2 ਸ਼ਮਸ਼ਾਨ ਘਾਟ ਇਹੋ ਜਿਹੇ ਚੱਲ ਰਹੇ, ਇੱਥੇ ਬਹੁਤ ਸਾਰੇ ਸੰਸਕਾਰ ਹੋ ਰਹੇ ਨੇ, ਉੱਥੇ ਵੇਟਿੰਗ ਚੱਲ ਰਹੀ ਆ। ਉਹਨਾਂ ਨੇ ਨੋਟਸ ਲਾਤੇ ਆ ਬਾਹਰ 3 ਦਿਨਾਂ ਵਾਸਤੇ, ਵੇਟਿੰਗ ਨਾ, ਉਹਦੀ ਤੁਸੀਂ ਰਜਿਸਟ੍ਰੇਸ਼ਨ ਨਾ ਕਰਾਓ, ਕਿਉਂਕਿ 3 ਦਿਨ ਸਾਡੇ ਕੋਲ ਬਹੁਤ ਬੁੱਕ ਹੈਗੇ ਆ ਸੰਸਕਾਰ ਕਰਨ ਵਾਸਤੇ, ਟਾਈਮ ਨਹੀਂ ਹੈਗਾ ਤੇ ਨਾ ਹੀ ਸਾਡੇ ਕੋਲ ਥਾਂ ਹੈਗੀ ਆ। ਏਦਾਂ ਦੇ ਨੋਟਸ ਲਾਤੇ। ਉਹ ਨੋਟਸ ਸਾਰੇ ਕੇ ਦਿਖਾ ਕੇ ਮਾਨਯੋਗ ਹਾਈ ਕੋਰਟ ਨੂੰ ਪਟੀਸ਼ਨ ਕਰਤਾ ਨੇ ਇਹ ਸਪਸ਼ਟ ਕੀਤਾ ਕਿ ਹੁਣ ਸਾਡੇ ਜਿਹੜੇ ਮੁਰਦੇ ਹੈਗੇ ਆ ਉਹ ਵੀ ਇਸ ਤਰੀਕੇ ਨਾਲ ਰੋੜ ਰਹੇ ਆ। ਨਾ ਚਾਵਲਾ ਸਾਹਿਬ, ਨਾ ਕੋਈ ਹੁਣ ਸਮਾਜ ਦੇ ਵਿੱਚ ਇੱਕ ਨਵਾਂ ਪਣ ਆਇਆ, ਨਾ ਕੋਈ ਜਾਤ, ਨਾ ਕੋਈ ਪਾਤ, ਨਾ ਕੋਈ ਧਰਮ। ਤੇ ਮੁਸਲਮਾਨ ਹਿੰਦੂਆਂ ਦਾ ਸੰਸਕਾਰ ਕਰ ਰਹੇ ਆ, ਤੇ ਹਿੰਦੂ ਜਿਹੜੇ ਮੁਸਲਮਾਨ ਹੈਗਾ ਉਹਨਾਂ ਦੇ ਘਰਾਂ ਵਿੱਚ ਹੀ ਪੱਟ ਕੇ ਨਾ, ਉਹ ਜਿਹੜੀ ਹੁੰਦੀ ਆ ਕਬਰ ਹੁੰਦੀ ਆ, ਜੋ ਵੀਡੀਓ ਸਾਹਮਣੇ ਆ ਰਿਹਾ, ਆਪਣੇ ਘਰ ਦੇ ਸਾਹਮਣੇ ਕਬਰ ਪੱਟ ਕੇ ਉਹਦੇ ਵਿੱਚ ਮੁਰਦਾ ਦਬਾਇਆ ਜਾ ਰਿਹਾ ਘਰਾਂ ਦੇ ਮੂਹਰੇ। ਇਹੋ ਜਿਹੇ ਹਾਲਾਤ ਜਿਹੜੇ ਕਿ ਮੈਨੂੰ ਲੱਗਦਾ ਸੀਗਾ ਵੀ ਇੱਦਾਂ ਦਾ ਹੋਵੇ। ਤੇ ਪਹਿਲਾਂ ਗੱਲ ਸੁਣੀ, ਇੰਨੀ ਵੀ ਭਾਰਤ ਵਿੱਚ ਥੁੜ ਨਹੀਂ ਪਈ। ਦਿੱਲੀ ਦੇ ਵਿੱਚ ਵੀ ਬਹੁਤ, ਦਿੱਲੀ ਤੋਂ ਬਾਹਰ ਜਗ੍ਹਾ ਹੈਗੀਆਂ ਨੇ। ਦਿੱਲੀ ਦੇ ਨਾਲ ਹੀ ਲੱਗਦਾ ਹਰਿਆਣਾ, ਘੰਟੇ 2 ਘੰਟੇ ਦੀ ਵਾਟ ਹੈ। ਇੰਨੀ ਵੀ ਭਾਰਤ ਵਿੱਚ ਜਗ੍ਹਾ ਥੋੜ੍ਹੀ ਨਹੀਂ ਪਈ ਕਿ ਕੁਛ ਨਹੀਂ ਹੋ ਸਕਦਾ। ਹੋ ਸਕਦਾ ਹੈ, ਸਿਰਫ ਉੱਥੇ ਸੰਸਕਾਰ ਹੀ ਕਰਨਾ ਹੈ। ਸੰਸਕਾਰ ਸੜਕ ਦੇ ਕਿਨਾਰੇ ਦੇ ਉੱਤੇ ਵੀ ਪ੍ਰੋਫੈਸ਼ਨਲ ਤਰੀਕੇ ਨਾਲ, ਕਿੰਨਾ ਹਾਈਵੇ ਵੱਡੇ ਵੱਡੇ ਨੇ ਉਹਦੇ ਸਾਈਡ ਦੇ ਉੱਤੇ ਹੋ ਸਕਦੇ ਨੇ। ਹੋਰ ਬੜੇ
ਪ੍ਰਬੰਧ ਕੀਤੇ ਜਾ ਸਕਦੇ ਨੇ ਸੰਸਕਾਰ ਕਰਨ ਵਾਸਤੇ। ਬਟ ਮੌਤਾਂ ਦੀ ਗਿਣਤੀ ਬੜੀ ਹੈ ਕਿਉਂਕਿ ਉਹੋ ਜਿਹੇ ਮੌਕੇ ਦੇ ਉੱਤੇ ਹੁਣ ਗਰਮੀ ਬੜੀ ਹੈ, ਉੱਥੇ ਗਰਮੀ ਦੇ ਮੌਕੇ ਤੇ ਜਿਹੜੀਆਂ ਲੋਥਾਂ ਨੇ ਉਹ ਖਰਾਬ ਹੋ ਰਹੀਆਂ ਨੇ। ਮੈਂ ਤੁਸੀਂ ਸ਼ਾਇਦ ਆਰਟੀਕਲ ਪੜ੍ਹਿਆ ਹੋਣਾ, ਦਿਲ ਨਹੀਂ ਕਰਦਾ ਇਹੋ ਜਿਹਾ ਆਰਟੀਕਲ ਸਾਂਝਾ ਕਰਨ ਨੂੰ, ਰੋਣ ਨਿਕਲਦਾ। ਮੈਂ ਰੋ ਪਿਆ ਸੀ ਪੜ੍ਹਦਾ ਮੇਰੀਆਂ ਅੱਖਾਂ ਨਮ ਹੋ ਗਈਆਂ ਕਿ ਆਹ ਹਾਲਾਤ ਨੇ। ਕੋਸ਼ਿਸ਼ ਮੈਂ ਇਹ ਕਰਦਾ ਹੁੰਦਾ ਕਿ ਜਦੋਂ ਮੈਂ ਚੀਜ਼ ਪੜ੍ਹਦਾ ਮੈਂ ਆਪਣੇ ਆਪ ਨੂੰ ਉੱਥੇ ਰੱਖ ਲੈਣਾ। ਹਾਂਜੀ, ਵੀ ਜੇ ਇਹ ਮੇਰੇ ਨਾਲ ਹੋ ਰਿਹਾ ਹੋਵੇ ਜਾਂ ਮੇਰੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਹੋ ਰਿਹਾ ਹੋਵੇ, ਜੇ ਸਾਡੇ ਨਾਲ ਹੋ ਰਿਹਾ ਹੋਵੇ, ਫਿਰ ਤੁਸੀਂ ਇਨਸਾਨੀਅਤ ਦੀ ਗੱਲ ਕਰ ਸਕਦੇ ਹੋ, ਫਿਰ ਤੁਸੀਂ ਇਨਸਾਨ ਦਾ ਦਰਦ ਸਮਝ ਸਕਦੇ ਹੋ। ਤੁਸੀਂ ਉੱਥੇ ਰੱਖ ਕੇ ਚਲੋਗੇ। ਗੁਰਬਚਨ ਸਿੰਘ ਭੁੱਲਰ ਹੁਣਾਂ ਦਾ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੇਖ ਛਪਿਆ, ਤੁਸੀਂ ਰਾਤ ਦੀ ਕਫਨੀ ਦਾ ਲੜ ਨਾ ਚੁੱਕ ਮੇਰੇ ਮੂੰਹ ਤੋਂ ਪ੍ਰਭਾਤੇ। ਇਹਦਾ ਜਿਹੜਾ ਜਿਹੜੀ ਲਾਈਨ ਹੈ ਨਾ, ਪਹਿਲੀ ਲਾਈਨ ਜਿਹੜਾ ਉਹਨੇ ਉਹਦੀ ਜਿਹੜੀ ਹਿੰਟ ਬਣਾਇਆ, ਜਿਹੜੀ ਟਾਈਟਲ ਬਣਾਇਆ, ਜਿਹੜਾ ਰਾਤ ਦੀ ਕਫਨੀ ਦਾ ਲੜ ਨਾ ਚੁੱਕ ਮੇਰੇ ਮੂੰਹ ਤੋਂ ਪ੍ਰਭਾਤੇ, ਬਹੁਤਿਆਂ ਦੇ ਤਾਂ ਐਂ ਹੀ ਲੰਘ ਜਾਣਾ, ਐਂ ਹੀ। ਉਹ ਜਿਹੜਾ ਜਿਨ੍ਹਾਂ ਨੂੰ ਸਿਰਫ ਅਤੇ ਸਿਰਫ ਫੁਕਰਾ ਪੰਥੀ ਅੰਗੂਠੇ ਤਾਂ ਕਰਕੇ ਸ਼ੇਅਰ ਕਰਨ ਦਾ ਮਜ਼ਾ ਆਉਂਦਾ ਨਾ, ਉਹਨਾਂ ਨੂੰ ਨਹੀਂ ਸਮਝ ਲੱਗਣੀ ਇਹਦਾ ਮਤਲਬ ਕੀ ਹੈ। ਬੜੀ ਬਰੀਕੀ ਦੇ ਵਿੱਚ ਜਾ ਕੇ ਉਹਨੇ ਲਿਖਿਆ, ਬਹੁਤ ਕੁਝ ਲਿਖਿਆ ਕਿ ਲੋਥਾਂ ਕਿਵੇਂ ਰੁਲ ਰਹੀਆਂ ਨੇ, ਲਾਸ਼ਾਂ ਕਿਵੇਂ ਰੁਲ ਰਹੀਆਂ ਨੇ। ਮਾਫ਼ ਕਰਨਾ ਕੀਦਾ ਸਾਹਿਬ, ਅਸੀਂ ਕਿਸੇ ਪਾਰਟੀ ਨਾਲ ਜੁੜੇ ਹੋ ਸਕਦੇ ਹਾਂ, ਕਿਸੇ ਧਰਮ ਨਾਲ ਜੁੜੇ ਹੋ ਸਕਦੇ ਹਾਂ। ਜਿਹੜੀ ਤੁਸੀਂ ਹੁਣੇ ਗੱਲ ਕੀਤੀ ਨਾ ਕਿ ਸਾਡੇ ਭਾਰਤ ਵਿੱਚ ਇੱਕ ਬੜੀ ਸੋਹਣੀ ਤਸਵੀਰ ਹੈ, ਬੜੇ ਇਸ ਮੌਕੇ ਦਰਦਮਈ ਮੌਕੇ 'ਤੇ ਸਾਹਮਣੇ ਆ ਰਹੀ ਹੈ ਕਿ ਹਿੰਦੂ ਜਿਹੜਾ ਹੈ ਉਹ ਮੁਸਲਮਾਨ ਦਾ ਸਾਥ ਦੇ ਰਿਹਾ ਅਤੇ ਮੁਸਲਮਾਨ ਹਿੰਦੂ ਦਾ ਸਾਥ ਦੇ ਰਿਹਾ। ਇਹ ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਇਸ ਚੀਜ਼ ਨੂੰ ਵਰਤ ਕੇ ਹਿੰਦੂ ਸਿੱਖ, ਮੁਸਲਮਾਨ ਸਿੱਖ, ਹਿੰਦੂ ਭਾਈ, ਹਿੰਦੂ ਸਿੱਖ, ਇਹਨਾਂ ਦਾ ਇਸ ਤਰੀਕੇ ਦੇ ਜਿਹੜੇ ਸਲੋਗਨ ਦੇ ਕੇ ਆਪਣੀ ਰਾਜਨੀਤੀ ਕਾਇਮ ਕਰਦੇ ਨੇ, ਚਾਹੇ ਡਜ਼ਨ ਮੈਟਰ ਕੋਈ ਵੀ ਹੈ। ਉਹਨਾਂ ਦੇ ਮੂੰਹ 'ਤੇ ਚਪੇੜ ਆ ਕਿ ਦੇਖੋ ਇਹਨੂੰ ਵਾਹ ਇਨਸਾਨ ਦਾ ਧਰਮ ਜੋ ਇਹ ਲੋਕ ਨਿਭਾ ਰਹੇ ਨੇ, ਅਤੇ ਇਹ ਸਾਡੀ ਪਰੰਪਰਾ ਹੈ, ਜੁਗਾਂ ਜਗਾਂਤਰਾਂ ਤੋਂ ਚੱਲਦੀ ਆ ਰਹੀ ਹੈ। ਠੀਕ ਹੈ, ਉਸ ਸਮੇਂ ਦੇ ਵਿੱਚ ਮੁਗਲ ਆਏ, ਉਹਨਾਂ ਨੇ ਬੜਾ ਕੁਝ ਕੀਤਾ, ਪਰ ਅੱਜ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਹਿੰਦੂ ਨੇ ਵੀ, ਸਿੱਖ ਨੇ ਵੀ, ਈਸਾਈ ਨੇ ਵੀ ਔਰ ਮੁਸਲਮਾਨ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ। ਕੁਰਬਾਨੀਆਂ ਉਹਨਾਂ ਦੀਆਂ ਵੀ ਕੱਢ ਕੇ ਵੇਖੋ, ਕਿਤੇ ਤੁਸੀਂ ਅੰਕੜੇ ਕੱਢੋ ਤੇ ਹੈਰਾਨ ਰਹਿ ਜਾਓਗੇ। ਸਾਰਿਆਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਮਾਂ ਬਦਲਿਆ ਤੇ ਉਹਨਾਂ ਨੇ ਯੋਗਦਾਨ ਪਾਇਆ। ਅੱਜ ਜਿਹੜੀ ਤੁਸੀਂ ਗੱਲ ਕਹੀ ਬੜੀ ਵਧੀਆ, ਦਿਲੋਂ ਚੁਭੀ ਹੈ। ਰਾਤ ਦੀ ਕਫਨੀ ਦਾ ਲੜ ਨਾ ਚੁੱਕ ਮੇਰੇ ਮੂੰਹ ਤੋਂ ਪ੍ਰਭਾਤੇ। ਜੇ ਮੈਂ ਲੇਖ ਪੜ੍ਹ ਦੇਵਾਂ ਨਾ ਤੇ ਰਾਤ ਪਾਸੇ ਵੱਟਦਿਆਂ ਲੰਘ ਜੇ, ਨੀਂਦ ਨਹੀਂ ਆਉਣੀ ਵੀ ਇੰਨੀਆਂ ਲਾਸ਼ਾਂ ਦਾ ਬੁਰਾ ਹਾਲ ਹੋ ਰਿਹਾ। ਤੇ ਉਹ ਲਾਸ਼ਾਂ ਕੌਣ ਨੇ? ਮਾਫ਼ ਕਰਨਾ, ਉਹ ਸਾਡੇ ਦੇਸ਼ ਦੇ ਵਿੱਚ ਜੰਮੇ ਪਲੇ ਬਜ਼ੁਰਗ, ਨੌਜਵਾਨ, ਮਾਵਾਂ, ਭੈਣਾਂ, ਬੱਚੇ ਨੇ ਜਿਹੜੇ ਕੱਲ੍ਹ ਤੱਕ ਹੱਸਦੇ ਸੀ, ਖੇਡਦੇ ਸੀ। ਤੇ ਹੋ ਸਕਦਾ ਹੈ ਰਾਜਨੀਤਿਕ ਲੋਕ ਜਿਹੜੇ ਰੈਲੀਆਂ ਕਰਦੇ ਨੇ, ਕਿਸੇ ਦੀ ਧਿਰ ਬਣ ਕੇ ਨਾ ਰੈਲੀਆਂ ਦੇ ਵਿੱਚ ਮੁਰਦਾਬਾਦ ਜਿੰਦਾਬਾਦ ਦੇ ਵੀ ਉਹ ਨਾਅਰੇ ਲਾਉਂਦੇ ਹੋਣਗੇ। ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ, ਕਿਸੇ ਨੂੰ ਚੰਗੀ ਲੱਗੇ, ਸੱਚਾਈ ਹੈ। ਅੱਜ ਉਹ ਲੋਥਾਂ ਬਣ ਕੇ ਪਏ ਨੇ ਤੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਉਹ ਸੜ ਰਹੀਆਂ ਨੇ, ਗਲ ਰਹੀਆਂ ਨੇ, ਬੋ ਮਾਰ ਰਹੀਆਂ ਨੇ। ਇਨਸਾਨ ਨੂੰ 24 ਘੰਟੇ ਤੁਸੀਂ ਇੱਦਾਂ ਛੱਡ ਦਿਓ ਨਾ, 12 ਘੰਟਿਆਂ ਬਾਅਦ ਉੱਦਾਂ ਲੋਥ ਫੁੱਲ ਜਾਂਦੀ ਉਹਦੀ। ਅਤੇ ਖਾਸ ਤੌਰ 'ਤੇ ਅੱਜ ਜੋ ਗਰਮੀ ਹੈ ਉਸ ਮੌਕੇ 'ਤੇ, ਅਤੇ ਸਾਡੇ ਦੇਸ਼ ਦੇ ਹੁਕਮਰਾਨ, ਮਾਫ਼ ਕਰਨਾ, ਅਜੇ ਵੀ ਰਾਜਨੀਤੀ 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 ਤੇ ਰਾਜਨੀਤੀ ਤੇ ਰਾਜਨੀਤੀ। ਬਹੁਤ ਕੁਝ ਹੋ ਸਕਦਾ, ਕੀਤਾ ਵੀ ਜਾ ਸਕਦਾ, ਸਿਰਫ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀ, ਸਭ ਕੁਝ ਹੋ ਸਕਦਾ। ਮੈਂ ਕਾਲ ਲੈ ਲਵਾਂ। ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਭਾਜਪਾ ਹੋਰ ਵੀ ਜ਼ਿਆਦਾ ਨੁਕਸਾਨ ਚੱਲੇਗੀ। ਸੰਯੁਕਤ ਕਿਸਾਨ ਮੋਰਚਾ ਔਰ ਯੂਪੀ ਦੇ ਵਿੱਚ ਵੀ ਭਾਜਪਾ ਨੂੰ ਕਾਫੀ ਹਾਰ ਦਾ ਸਾਹਮਣਾ ਕਰਨਾ ਪਿਆ, ਖਾਸ ਤੌਰ 'ਤੇ ਯੂਪੀ ਦੇ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਔਰ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਦੇ ਯੂਪੀ ਦੇ ਉਸ ਸੂਬੇ ਦੇ ਵਿੱਚੋਂ ਵੀ ਜਿੱਥੇ ਉਹਨਾਂ ਨੇ ਵੀ ਆਪਣੀ ਉਸ ਹਲਕੇ ਦੇ ਵਿੱਚ ਜਿੱਥੇ ਉਹਨਾਂ ਨੇ ਚੋਣ ਲੜੀ ਸੀਗੀ। ਕੀ ਹੈ ਉਹਦਾ ਮਸਲਾ ਆਪਾਂ ਅਗਲੇ ਹਿੱਸੇ ਸਾਂਝਾ ਕਰਦੇ ਹਾਂ। ਹਾਂਜੀ, ਵੈਲਕਮ ਜੀ ਕਾਲਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਰ ਜੀ, ਤੁਸੀਂ ਕੁਛ ਹੱਦ ਤੱਕ ਤਾਂ ਬਿਆਨ ਕਰਤਾ ਵੀ ਸੜਕਾਂ ਦੇ ਸਾਈਡਾਂ ਤੇ ਸੰਸਕਾਰ ਹੋ ਸਕਦਾ। ਜਦੋਂ ਇਹਨਾਂ ਨੇ ਜ਼ੁਲਮ ਕਰਨੇ ਹੁੰਦੇ ਆ ਉਦੋਂ ਬਰਗਾੜੀ ਖਾਲੀ ਕਰਵਾ ਲੈਂਦੇ ਆ ਜੀ। ਜਦੋਂ ਕਿਸਾਨਾਂ ਨੂੰ ਡੱਕਣਾ ਹੁੰਦਾ ਉਦੋਂ ਦਿੱਲੀ ਤੋਂ ਬਾਹਰ ਗਰਾਊਂਡ ਵੀ ਦੇ ਦਿੰਦੇ ਆ। ਹੁਣ ਕਿਸੇ ਉੱਥੇ ਸਰਕਾਰ ਦਾ ਇੰਨਾ ਦਿਮਾਗ ਨਹੀਂ ਚੱਲਦਾ ਵੀ ਦਿੱਲੀ ਤੋਂ ਬਾਹਰ ਕਿਸੇ ਗਰਾਊਂਡ 2 ਅਗਸਤ ਦਫ਼ਤਰ ਬਿਠਾ ਕੇ ਵੀ ਉੱਥੇ ਸੰਸਕਾਰ ਨਾਲ ਦੀ ਨਾਲ ਕਰਕੇ ਕਾਗਜ਼ੀ ਕਾਰਵਾਈ ਦੇ ਦਿੱਤੀ ਜਾਵੇ ਉਹਨਾਂ ਦੇ ਹੈਗੇ ਘਰਦਿਆਂ ਨੂੰ ਨਾ। ਕਿਉਂਕਿ ਸ਼ਮਸ਼ਾਨ ਘਾਟ ਤਾਂ ਹੀ ਜਾਂਦੇ ਆ ਨਾ ਵੀ ਉੱਥੇ ਤੁਹਾਨੂੰ ਕਾਗਜ਼ੀ ਕਾਰਵਾਈ ਮਿਲ ਜਾਂਦੀ ਹੈ ਬੰਦੇ ਦੇ ਸੰਸਕਾਰ ਦੀ। ਕੋਈ ਏਦਾਂ ਦੀ ਆਪ ਹੀ ਪੱਤਰਕਾਰ ਸਾਹਿਬ ਨੂੰ ਬੇਨਤੀ ਹੈ ਕੋਈ ਹਾਈ ਕੋਰਟ ਦੇ ਵਿੱਚ ਜਾ ਕੇ ਪਾਉਣ, ਕੋਈ ਪਟੀਸ਼ਨ ਪਾਉਣ ਵੀ
ਜਿਹੜੇ ਮੇਨ ਗਰਾਊਂਡ ਆ ਸਾਰੇ ਵੱਡੇ ਸ਼ਹਿਰਾਂ ਦੇ, ਉਹ 2-2 ਗਜ਼ਟਡ ਅਫਸਰ ਦੀ ਡਿਊਟੀਆਂ ਲਾ ਦਿੱਤੀਆਂ ਜਾਣ ਤੇ ਕਮ ਸੇ ਕਮ ਮਰੇ ਤੋਂ ਬਾਅਦ ਤਾਂ ਕਿਤੇ ਸਕੂਨ ਮਿਲੇ ਨਾ ਹਿੰਦੁਸਤਾਨ 'ਚ ਕਿਸੇ ਨੂੰ। ਇਹ ਬੇਨਤੀ ਹੈ ਜੇ ਪਾ ਸਕਦੇ ਆ ਤਾਂ ਕਿਸੇ ਹਾਈ ਕੋਰਟ ਦੇ ਵਿੱਚ ਜਾ ਕੇ, ਦਿੱਲੀ ਜਾਂ ਸੁਪਰੀਮ ਕੋਰਟ 'ਚ ਕਿਤੇ ਵੀ, ਤਾਂ ਕਿ ਆਰਡਰ ਇਸ਼ੂ ਹੋ ਸਕਣ ਹੋ ਜੇ। ਜੀ ਮਿਹਰਬਾਨੀ ਜੀ। ਹਾਂਜੀ, ਮੁਰਦੇ ਲੜਦੇ ਆ ਜੀ ਸਾਡੇ, ਇਸ ਨੂੰ ਕੀ ਕਰੀਏ, ਕੀ ਕਰ ਸਕਦੇ ਆ। ਪਟੀਸ਼ਨਾਂ ਪੈ ਰਹੀਆਂ ਨੇ ਵੱਖ-ਵੱਖ ਤਰੀਕੇ ਨਾਲ, ਅਦਾਲਤਾਂ ਸਮਣ ਵੀ ਕਰ ਰਹੀਆਂ ਨੇ ਸਰਕਾਰ ਨੂੰ। ਹਾਂ, ਹੋ ਸਕਦਾ ਚਾਵਲਾ ਸਾਹਿਬ ਕਿਸੇ ਵੀ ਗਰਾਊਂਡ ਦੇ ਵਿੱਚ ਸੰਸਕਾਰ ਕੀਤੇ ਜਾ ਸਕਦੇ ਆ। ਕੀ ਕਰੀਏ, ਸਾਡੇ ਧਾਰਮਿਕ ਲਕੀਰ ਐਡੀ ਵੱਡੀ ਆ ਨਾ ਕਿ ਸੰਸਕਾਰ ਕਰਨ ਦੇ ਵੀ ਤਰੀਕੇ ਹੁੰਦੇ ਨੇ, ਕਹਿੰਦੇ ਵੀ ਉਹਨਾਂ ਮੁਤਾਬਕ ਸੰਸਕਾਰ ਹੋਣੇ ਚਾਹੀਦੇ ਆ ਤੇ ਉਹ ਸਹੀ ਤਰੀਕੇ ਨਾਲ ਹੋ ਜਾਂਦੇ ਆ ਉੱਥੇ ਜਿੱਥੇ। ਵੈਸੇ ਪੰਜਾਬ ਦੇ ਵਿੱਚ ਨਾ ਬਿਜਲੀ ਮਸ਼ੀਨਾਂ ਕਾਫੀ ਨੇ ਚਾਵਲਾ ਸਾਹਿਬ, NRI ਵੀਰਾਂ ਨੇ ਦਿੱਤੀਆਂ ਹੋਈਆਂ ਨੇ ਪੰਜਾਬ ਦੇ ਕਈ ਥਾਵਾਂ ਤੇ। ਉਹਨਾਂ ਬਿਜਲੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਉਹ ਕਾਫੀ ਕਾਰਗਰ ਸਾਬਤ ਹੋ ਸਕਦੀਆਂ ਨੇ, ਲੱਕੜ ਨਾਲੋਂ ਜ਼ਿਆਦਾ ਲੱਕੜ ਬਚ ਸਕਦੀ ਆ। ਤੇ ਲੱਕੜ ਵੀ ਬਹੁਤ ਜ਼ਿਆਦਾ ਇਸ ਟਾਈਮ ਵਰਤੋਂ ਜਾ, ਲੱਕੜ ਦੀ ਵੀ ਕਮੀ ਆ ਚੁੱਕੀ ਹੈ ਬਹੁਤ ਜ਼ਿਆਦਾ, ਆਈ ਹੋਊਗੀ, ਕੋਈ ਦੋ ਰਾਵਾਂ ਨਹੀਂ ਅਜੇ। ਤੇ ਅਸੀਂ ਇਹ ਕਹਿ ਸਕਦੇ ਗਰਮੀ ਹੈ, ਗਰਮੀ ਆ ਗਈ, ਉਹਦੇ ਵਿੱਚ ਲੱਕੜ ਜਿਹੜੀ ਹੈ ਛੇਤੀ ਚਲੋ ਅੱਗ ਫੜ ਲੈਂਦੀ ਹੈ। ਜਾਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਦੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਜਿਹੜੇ ਨੇ ਮਤਲਬ ਫਿਊਨਲ ਹੋਮ ਬਣੇ ਨੇ, ਇਲੈਕਟ੍ਰੀਕਲ ਉੱਥੇ ਬਣੇ ਨੇ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਉਹੀ ਤੁਸੀਂ ਫੇਰ ਗੱਲ ਕਹਿਤੀ ਕਿ ਸਾਡੇ ਜਿਹੜੀ ਧਾਰਮਿਕ ਰਹੁ ਰੀਤਾਂ ਨੇ, ਮੇਰੇ ਖਿਆਲ 'ਚ ਹੁਣ ਤਾਂ ਭਾਈ ਜੀ ਵੀ ਬੜੇ ਬਿਜੀ ਹੋਣਗੇ ਤੇ ਪੰਡਤ ਜੀ ਵੀ ਬੜੇ ਬਿਜੀ ਹੋਣਗੇ। ਹਾਂ, ਪੰਡਤ ਜੀ ਬੜੇ ਬਿਜੀ ਹੈ, ਮੌਲਵੀ ਬੜੇ ਬਿਜੀ ਹੈ। ਮੌਲਵੀ, ਭਾਈ ਜੀ, ਪੰਡਤ ਵੇਖੋ 500 ਰੁਪਇਆ ਮਿਲ ਜਾਂਦਾ ਪੰਡਤ ਨੂੰ ਜੀ। 500 ਰੁਪਇਆ ਰੱਖਿਆ ਸੀਗਾ ਰੇਟ, ਹੁਣ ਕਦੇ ਵੱਧ ਗਿਆ 1100 ਰੁਪਏ ਕਰਤਾ ਕਹਿੰਦਾ ਰੇਟ ਹੁਣ ਸੰਸਕਾਰ ਕਰਾਉਣ ਦੇ ਵਿੱਚ। ਮੰਤਰ ਜੇ ਪੜ੍ਹਦੇ ਆ ਉਹਦੇ ਜੀ ਚਾਵਲਾ ਸਾਹਿਬ, ਉਹ ਥੋੜੇ ਵੱਧ ਗਿਆ ਰੇਟ, ਕਹਿੰਦੇ 500 ਸੀ ਪਹਿਲਾਂ, ਹੁਣ 1100 ਕਰ। ਲੱਕੜ ਦਾ ਪਹਿਲਾਂ 10,000 ਦਿੰਦੇ ਸੀ, ਉਹਨੂੰ ਕਹਿੰਦੇ 12,000 ਕਰਤਾ ਜੀ ਲੱਕੜ ਦਾ। ਲੱਕੜ ਕਾਫੀ ਮਹਿੰਗੀ ਦੇ ਰਹੇ ਨੇ, ਲੱਕੜ ਮਿਲ ਨਹੀਂ ਰਹੀ, ਕਾਫੀ ਮਹਿੰਗੀ ਹੋ ਗਈ ਹੈ ਚਾਵਲਾ ਸਾਹਿਬ। ਤੇ ਜਿਹੜਾ ਵੇਖੋ ਜੀ ਇਸ ਵਕਤ ਜਿਹੜਾ ਲੱਕੜ ਮਹਿੰਗੀ ਵੇਚ ਰਿਹਾ ਕੀਤਾ ਸਾਹਿਬ, ਜਿਹੜਾ ਇਸ ਵਕਤ ਲੱਕੜ ਮਹਿੰਗੀ ਵੇਚ ਰਿਹਾ ਕਿ ਮੁਰਦੇ ਨੂੰ ਲੱਕੜ ਚਾਹੀਦੀ ਹੈ, ਮੈਂ ਇਹਦਾ ਡਬਲ ਰੇਟ ਕਰ ਦੇਵਾਂ ਹਨਾ, ਤੇ ਲੱਕੜ ਤੇਰੇ ਤੇ ਵੀ ਉਹੀ ਪੈਣੀ ਆ, ਤੇ ਜਿਹੜੀ ਤੂੰ ਆਹ ਬਲੈਕ ਮਨੀ ਬਣਾ ਰਿਹਾ ਇੱਥੇ ਹੀ ਛੱਡ ਜਾਣੀ। ਕੀ ਕਰਨਾ ਰਿਹਾ, ਕੀ ਕਰ ਜਾਣਾ। ਹਾਂਜੀ, ਸੰਯੁਕਤ ਕਿਸਾਨ ਮੋਰਚਾ ਕਹਿੰਦਾ ਕਿ ਭਾਜਪਾ ਹੋਰ ਵੀ ਜ਼ਿਆਦਾ ਨੁਕਸਾਨ ਝੱਲੇਗੀ ਜੇਕਰ ਖੇਤੀ ਕਾਨੂੰਨ ਰੱਦ ਨਾ ਕੀਤੇ। ਬਿਲਕੁਲ ਚਾਵਲਾ ਸਾਹਿਬ, ਦੇਖੋ ਸੰਯੁਕਤ ਕਿਸਾਨ ਮੋਰਚੇ ਦੀ ਕੱਲ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸੰਘਰਸ਼ ਨੂੰ ਹੋਰ ਤੇਜ਼ ਕਰੋ। ਗਰਮੀ ਬੜੀ ਪ੍ਰਚੰਡ ਤੌਰ ਤੇ ਆ ਰਹੀ ਹੈ ਚਾਵਲਾ ਸਾਹਿਬ, ਬੇਸ਼ੱਕ ਕਈ ਵਾਰੀ ਮੀਂਹ ਪੈ ਜਾਂਦਾ ਮਾੜਾ ਮੋਟਾ, ਥੋੜੀ ਰਾਹਤ ਮਿਲਦੀ ਹੈ, ਪਰ ਗਰਮੀ ਬਹੁਤ ਜ਼ਿਆਦਾ ਆ। ਪਾਣੀ ਦੀ ਘਾਟ ਆ ਰਹੀ ਹੈ, ਪਾਣੀ ਵਾਸਤੇ ਉਂਝ ਇੱਕ ਬਹੁਤ ਵੱਡੇ ਜਿਹੜੇ ਕਿ ਉਹ ਹੋਟਲ ਦਾ ਮਾਲਕ ਹੈਗਾ, ਉਸਨੇ ਪਾਣੀ ਦਾ ਇੰਤਜ਼ਾਮ ਕੀਤਾ ਹੈਗਾ ਪ੍ਰੋਜੈਕਟ ਲਾ ਕੇ, ਪਰ ਬੜਾ ਉੱਥੇ ਹੋ ਰਿਹਾ, ਔਖਾ ਹੋ ਰਿਹਾ ਕਿਸਾਨਾਂ ਨੂੰ। ਪਰ ਕਿਸਾਨ ਫਿਰ ਵੀ ਆਪਣੀ ਤੜਪ ਤੇ ਪੂਰੇ ਅੜੇ ਹੋਏ ਆ। ਉਹ ਕਹਿੰਦੇ ਆ ਵੀ ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਹੋਇਆ ਹਾਲਾਤ ਨਾ, ਏਦਾਂ ਸਾਰੇ ਭਾਰਤ ਵਿੱਚ ਹੋਣਗੇ। ਯੂਪੀ ਜਿਵੇਂ ਪੰਚਾਇਤੀ ਚੋਣਾਂ 'ਚ ਹੋਇਆ ਹਾਲ, ਏਦਾਂ ਸਾਰੇ ਭਾਰਤ 'ਚ ਹੋਣਗੇ, ਤੇ ਨਹੀਂ ਤਾਂ ਤੁਸੀਂ ਇਹ ਕਾਨੂੰਨ ਰੱਦ ਕਰ ਦਿਓ। ਗੱਲ ਤਾਂ ਚਾਵਲਾ ਸਾਹਿਬ ਸਹੀ ਵੀ ਹੈਗੀ ਹੈ ਕਿ ਜਿੰਨਾ ਦੇਰ ਭਾਜਪਾ ਵਾਲੇ ਖੇਤੀ ਕਾਨੂੰਨ ਰੱਦ ਕਰਨ ਨੂੰ ਲਾਉਣਗੇ ਨਾ, ਜਿੰਨਾ ਦੇਰ ਤੱਕ ਸੰਘਰਸ਼ ਚੱਲੇਗਾ, ਉਹਨਾਂ ਦੇਰ ਤੱਕ ਭਾਜਪਾ ਦਾ ਨੁਕਸਾਨ ਵੱਧ ਹੁੰਦਾ ਚਲਾ ਜਾਏਗਾ। ਜਿੰਨੀ ਛੇਤੀ ਨਾਲ ਸੰਘਰਸ਼ ਖਤਮ ਹੋ ਜਾਂਦਾ ਉਨੀ ਛੇਤੀ। ਕੱਲ ਪੁੱਛਿਆ ਮੈਂ ਹਰਜਿੰਦਰ ਗਰੇਵਾਲ ਨੂੰ ਕਿ ਤੁਸੀਂ ਪੰਜਾਬ 'ਚ ਕਿਹਦੇ ਨਾਲ ਸਮਝੌਤਾ ਕਰ ਰਹੇ ਹੋ, ਕਹਿੰਦਾ ਇਹ ਤਾਂ ਸਵਾਲ ਨਹੀਂ ਤੁਹਾਡਾ ਬਣਦਾ ਕੋਈ, ਸਵਾਲ ਹੈ ਮੇਰਾ ਇਹ, ਕਿਹਦੇ ਨਾਲ ਸਮਝੌਤਾ ਕਰ ਰਹੇ ਹੋ। ਉਹ ਕਹਿੰਦਾ ਵੀ ਅਸੀਂ ਪੰਜਾਬ ਸਮਝੌਤਾ ਕਿਸੇ ਨੇ ਕਰਨਾ ਤਾਂ ਸਰਕਾਰ ਬਣਾਵਾਂਗੇ। ਮੈਂ ਵੀ ਇਹ ਤਾਂ ਉਹਦੇ ਉੱਠਦੇ ਬੁੱਧ ਵਾਲੀ ਗੱਲ ਹੈਗੀ ਹੈ, ਨਾ ਬੁੱਲ ਗਿਰਨਾ ਹੈ ਨਾ ਉਹਦੇ ਕੁੱਤੇ ਨੂੰ ਬੁੱਲ ਮੂੰਹ 'ਚ ਪੈਣਾ ਉਹਦੇ, ਇਹ ਤਾਂ ਉਹਦੀ ਗੱਲ ਹੈਗੀ ਆ। ਤੁਸੀਂ ਕੋਈ ਸਮਝੌਤਾ ਕਰਕੇ ਆ ਜਾਂਦੇ ਨਹੀਂ, ਸਮਝੌਤਾ ਅਸੀਂ ਸਾਡੀ ਆਪਣੀ ਸਰਕਾਰ, ਦੇਖੋ ਉਹਨਾਂ ਬਣਦਾ ਕੀ ਆ। ਅਸੀਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਾਂਗੇ ਨਾਲ, ਤੇ ਮੰਗਾਂ ਪੂਰੀਆਂ ਕਰਕੇ ਪੰਜਾਬ ਸਰਕਾਰ ਬਣਾਵਾਂਗੇ, ਤੇ ਇਹ ਉਹਨਾਂ ਦਾ ਭਰਮ ਹੈਗਾ ਬੀਜੇਪੀ ਦਾ। ਕਿਸਾਨ ਕਹਿ ਰਹੇ ਨੇ ਅਸੀਂ ਇੱਕ ਖੇਤੀ ਨੂੰ ਰੱਦ ਨਾ ਕਰੇ ਤਾਂ ਇਹ ਕਰਾਂਗੇ, ਤੇ ਬੀਜੇਪੀ ਵਾਲੇ ਏਦਾਂ ਬਣ ਜਾਂਦੇ। ਨੁਕਸਾਨ ਤਾਂ ਚਾਵਲਾ ਸਾਹਿਬ ਹੋ ਰਿਹਾ ਬੀਜੇਪੀ ਦਾ ਜੀ। ਲੰਬੇ ਸੰਘਰਸ਼ ਦੇ ਰਾਹ ਦੇ ਵਿੱਚ ਨੇ ਕਿਸਾਨ, ਸਖਤ ਪਾਬੰਦੀਆਂ ਦੇ ਖਿਲਾਫ ਲੋਕਾਂ ਦਾ ਸਾਥ ਮੰਗਿਆ, ਪਰ ਆਪਾਂ ਤਖਤ ਪਟਨਾ ਸਾਹਿਬ ਨੂੰ ਉਡਾਉਣ ਦੀ ਧਮਕੀ ਆਈ ਹੈ, ਔਰ ਉਹਦਾ ਪਤਾ ਰੰਜਨ ਕੁਮਾਰ ਪਤਾ ਲੱਗਾ ਕੋਈ ਮਹਾਤਮਾ ਗਾਂਧੀ ਨਗਰ ਤੋਂ ਹੈ। ਔਰ ਇਹ ਕਾਫੀ ਇੱਕ ਅਹਿਮ ਜੇਕਰ ਆਪਾਂ ਵੇਖੀਏ ਖਬਰ ਕਿ ਜਿਹੜੀ ਤਖਤ ਸ੍ਰੀ ਪਟਨਾ ਸਾਹਿਬ ਦੀ ਧਮਕੀ ਹੈ, ਔਰ ਮਹਾਤਮਾ ਗਾਂਧੀ ਨਗਰ ਪਟਨਾ ਨੇ ਤਖਤ ਪਟਨਾ ਸਾਹਿਬ ਤੋਂ 50 ਕਰੋੜ ਦੀ ਫਿਰੌਤੀ ਮੰਗੀ ਆ। ਅੱਗੋਂ ਜਥੇਦਾਰ ਨੇ ਵੀ ਕਿਹਾ ਕਿ
ਇੱਕ ਟੋਕਰਾ ਤੇ ਇੱਕ ਲਿਫਾਫਾ ਬੈਗ ਖਾਲੀ ਲੈ ਕੇ ਆਈ, ਕਿਉਂਕਿ ਸਾਨੂੰ ਹਥਿਆਰ ਵੀ ਗੁਰੂ ਸਾਹਿਬ ਨੇ ਦਿੱਤੇ ਨੇ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਵੈਸੇ ਨਾ ਇਹ ਪਟਨਾ ਸਾਹਿਬ ਦੇ ਵਿੱਚ ਇਹਦੇ ਪਿੱਛੇ ਮੈਨੂੰ ਨਾ ਇੱਕ ਘਟਨਾ ਲੱਗ ਰਹੀ ਆ। ਉਹ ਇਹ ਹੈ ਕਿ ਪਟਨਾ ਸਾਹਿਬ ਦੇ ਚਗਿਰਦੇ ਦੇ ਵਿੱਚ ਨਜਾਇਜ਼ ਕਬਜ਼ੇ ਬਹੁਤ ਸੀਗੇ ਤੇ ਉੱਥੇ ਕਾਫੀ ਲੋਕਾਂ ਦੇ ਨਜਾਇਜ਼ ਕਬਜ਼ੇ ਪਟਨਾ ਸਾਹਿਬ ਦੀ ਜ਼ਮੀਨ ਉੱਤੇ ਕੀਤੇ ਹੋਏ ਸੀਗੇ ਤੇ ਉਹਨੂੰ ਨਜਾਇਜ਼ ਕਬਜ਼ੇ ਹਟਾਉਣ ਵਾਸਤੇ ਖਾਸ ਕਰਕੇ ਫੌਜ ਨੇ ਆਪਣੇ ਹਿੱਸੇ ਲਿਆ ਕੇ ਕੰਮ ਹੈ ਵੀ ਅਸੀਂ ਕਾਰ ਸੇਵਾ ਤੌਰ ਤੇ ਕੰਮ ਕਰਾਂਗੇ ਤੇ ਉਹਨਾਂ ਦੇ ਕਾਫੀ ਕਬਜ਼ੇ ਛਡਾਏ ਸੀਗੇ ਉੱਥੋਂ। ਤੇ ਇਸ ਤੋਂ ਪਹਿਲਾਂ ਵੀ ਪਟਨਾ ਸਾਹਿਬ ਨੂੰ ਉਡਾਉਣ ਦੀ ਧਮਕੀ ਮਿਲ ਚੁੱਕੀ ਆ, ਅਸੀਂ ਉਡਾਵਾਂਗੇ। ਤੇ ਹੁਣ ਫੇਰ ਰੰਜਨ ਹੋਣਾ ਨੇ ਧਮਕੀ ਦੇ ਦਿੱਤੀ ਹੈ। ਭਾਵੇਂ ਰੰਜਨ ਕੋਲੇ ਜਦੋਂ ਪੁਲਿਸ ਗਈ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੇਰਾ ਮੋਬਾਈਲ ਕਿਹਨੇ ਵਰਤਿਆ, ਮੈਨੂੰ ਨਹੀਂ ਪਤਾ ਵੀ ਇਹ ਕਿੱਦਾਂ ਸ਼ਿਕਾਇਤ ਹੋਈ ਹੈ, ਮੈਂ ਨਹੀਂ ਜਾਣਦਾ ਇਹਦੇ ਬਾਰੇ, ਮੈਂ ਧਮਕੀ ਦੇਣ ਵਾਲਾ ਬਿਲਕੁਲ ਵੀ ਨਹੀਂ ਹੈਗਾ। ਭਾਵੇਂ ਉਹ ਮੁੱਕਰ ਗਿਆ ਹੈਗਾ ਤੇ ਪਰ 50 ਕਰੋੜ ਦੀ ਫਰੌਤੀ ਮੰਗੀ ਆ ਤੇ ਦਿਓ ਨੇ ਤਾਂ ਪਟਨਾ ਸਾਹਿਬ ਨੂੰ ਉਡਾ ਦਿਆਂਗੇ। ਇਹ ਗੱਲ ਰੰਜਨ ਜੀ ਨੇ ਆਖੀ ਆ। ਰੰਜਨ ਜੀ ਕਹਾਂ ਤਾਂ ਕੀ ਕਹਾ ਉਹਨੇ। ਤੇ ਅਸਲ 'ਚ ਇਹ ਪਤਾ ਨਹੀਂ ਕਿਉਂ ਏਦਾਂ ਹੋ ਰਿਹਾ ਤੇ ਭਾਰਤ ਵਿੱਚ ਹੁਣ ਰੰਜਨ ਆਉਣ ਲੱਗ ਪਿਆ। ਪਹਿਲਾਂ ਕੋਈ ਹੋਰ ਆਉਂਦੇ ਸੀ, ਹੁਣ ਰੰਜਨ ਆਉਣ ਲੱਗ ਪਿਆ। CJ ਅਮਰ 1320 ਮੀਟਰ ਬੈਂਡ। ਦੋਸਤੋ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਆਪ ਜੀ ਦਾ ਦੋਸਤ ਅਤੇ ਹੋਸਟ ਦਿਲਬਾਗ ਸਿੰਘ ਚਾਵਲਾ। ਮੇਰੇ ਨਾਲ ਕਾਲਰ ਨੇ ਔਰ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਜੀ। ਕੀਤਾ ਇੱਕ ਵਾਰੀ ਫਿਰ ਤੋਂ ਕਿੱਦਾਂ ਸਾਹਿਬ ਮੇਰੇ ਨਾਲ ਕਾਲਰ ਨੇ ਆ, ਉਹ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਿੱਦਾਂ ਜੀ ਜਿਹੜਾ ਇਹਨੇ ਮੇਰੇ ਨਾਲ ਕਾਲਰ ਨੇ ਆ, ਉਹ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਿੱਦਾਂ ਜੀ ਜਿਹੜਾ ਇਹਨੇ ਕੰਗਣਾ ਨੇ ਇੱਕ ਟਵੀਟ ਕੀਤਾ ਸੀਗਾ ਜਿਹਦੇ ਵਾਸਤੇ ਉਹਦਾ ਮੇਰਾ ਖਿਆਲ ਬਲੌਕ ਵੀ ਕੀਤਾ ਉਹਨੇ ਟਵਿੱਟਰ ਨੇ। ਉਹਨੇ ਕਿਹਾ ਸੀਗਾ ਵੀ ਮੋਦੀ ਜੀ ਨੂੰ ਸੰਬੋਧਨ ਹੋ ਕੇ ਕਿਹਾ ਵੀ ਮੋਦੀ ਜੀ ਆਪਣਾ ਜਿਹੜੀ ਮਮਤਾ ਹੈਗੀ ਹੈ ਉਹ ਰਾਖਸ਼ ਹੈਗੀ ਹੈ, ਰਾਖਸ਼ ਦਾ ਰੂਪ ਹੈ ਤੇ ਤੁਸੀਂ ਗੁਜਰਾਤ ਦਾ 2002 ਦਾ ਵਿਰਾਟ ਰੂਪ ਧਾਰ ਕੇ ਉਹਨੂੰ ਭਸਮ ਕਰੋ, ਉਹਦਾ ਖਾਤਮਾ ਕਰੋ। ਤਾਂ ਇਹ ਤਾਂ ਮੈਂ ਇਹਦੇ ਵੀ ਪੁੱਛਣਾ ਚਾਹੁੰਦਾ ਜੀ ਕਿ ਇਹਦੇ ਬਦਲੇ 'ਚ ਮੋਦੀ ਜੀ ਨੇ ਜਾਂ ਉਹਦੀ ਟੀਮ ਨੇ ਜਾਂ ਭਾਜਪਾ ਵਾਲਿਆਂ ਨੇ ਇਹਦਾ ਕੋਈ ਖੰਡਨ ਕੀਤਾ ਹੈ ਜਾਂ ਉਹਨੂੰ ਕੁਛ ਕਿਹਾ ਹੈ ਕਿ ਮੰਨ ਲਿਆ ਵੀ ਮੋਦੀ ਜੀ ਨੇ 2002 'ਚ ਵੀ ਕੁਛ ਕੀਤਾ ਸੀਗਾ? ਇਹਦੇ ਬਾਰੇ ਦੱਸਿਓ ਜੀ। ਬੜਾ ਵੱਡਾ ਬਿਆਨ ਹੈ, ਬੜੀ ਵੱਡੀ ਚਰਚਾ ਛਿੜਦੀ ਹੈ, ਉਹ ਛਿੜਨੀ ਵੀ ਚਾਹੀਦੀ ਹੈ ਕਿ 2002 ਦੇ ਵਿੱਚ ਵਿਰਾਟ ਰੂਪ ਕਿਹਨਾਂ ਲਈ ਧਾਰਨ ਕੀਤਾ ਸੀ? ਦੇਸ਼ ਦੇ ਉਹ ਵਸਿੰਦੇ ਸਨ ਜਾਂ ਉਹ ਦੇਸ਼ ਦੇ ਵਸਿੰਦੇ ਨਹੀਂ ਸਨ? ਬੜਾ ਵੱਡਾ ਕੁਐਸਚਨ ਹੈ ਕਿ 2002 ਤੋਂ ਬਾਅਦ ਦੇਸ਼ ਦੇ ਕਿਸੇ ਵੀ ਕੰਟਰੀ ਦੇ ਵਿੱਚ ਨਰਿੰਦਰ ਮੋਦੀ ਜੋ ਅੱਜ ਪ੍ਰਧਾਨ ਮੰਤਰੀ ਨੇ ਭਾਰਤ ਦੇ, ਉਹਨਾਂ ਨੂੰ ਵੀਜ਼ੇ ਮਿਲਣੇ ਬੰਦ ਹੋਏ ਸਨ, ਪਰੰਤੂ ਐਜ਼ ਏ ਫਸਟ ਸਿਟੀਜ਼ਨ ਭਾਰਤੀ ਹੋਣ ਦੇ ਨਾਤੇ ਉਹਨਾਂ ਨੂੰ ਹਰ ਦੇਸ਼ ਦੇ ਵਿੱਚ ਆਉਣ ਜਾਣ ਦੀ ਇਹ ਸੁਵਿਧਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਿਲੀ ਹੈ। ਤੁਸੀਂ ਪੁਆਇੰਟ ਬੜਾ ਵੱਡਾ ਨੋਟ ਕੀਤਾ ਹੈ। ਔਰ ਕੰਗਣਾ ਰਣੌਤ ਦੇ ਕੀ ਇਸ ਬਿਆਨ ਦੇ ਉੱਤੇ ਭਾਜਪਾ ਨੇ ਜਿਹੜੀ ਗੱਲ ਜੋ ਗੱਲ ਚੱਲੀ ਹੈ ਮੀਡੀਆ ਵਿੱਚ, ਇੱਕ ਪਾਸੇ ਇੱਕ ਹੀ ਲੱਗੋ ਮੀਡੀਆ ਕਹਿ ਰਿਹਾ ਗੱਲ ਵੀ ਅਸਲ ਵਿੱਚ ਟਵਿੱਟਰ ਵੱਲੋਂ ਅਕਾਊਂਟ ਜਿਹੜਾ ਕਿ ਸਥਾਈ ਤੌਰ ਤੇ ਇੱਕ ਤਾਂ ਹੁੰਦਾ ਸਥਾਈ ਤੌਰ ਤੇ ਬੰਦ ਕਰਵਾਇਆ ਗਿਆ, ਉਹ ਭਾਜਪਾ ਦਾ ਹੀ ਹੱਥ ਹੈ। ਭਾਵੇਂ ਕਿ ਗੋਦੀ ਮੀਰ ਦਾ ਇੱਕ ਸਟੰਟ ਹੋ ਸਕਦਾ, ਏਦਾਂ ਨਹੀਂ ਹੋ ਸਕਦਾ। ਉਹ ਤਾਂ ਟਵਿੱਟਰ ਨੇ ਆਪ ਹੀ ਕੀਤਾ ਹੋਏਗਾ ਬੰਦ ਉਹਨੂੰ। ਭਾਜਪਾ ਵੱਲੋਂ ਕੁਛ ਨਹੀਂ ਹੈ। ਬੜਾ ਖਤਰਨਾਕ ਤਰੀਕੇ ਨਾਲ ਕੁੜੀ ਬੋਲਦੀ ਹੈ ਇਹ ਲੇਡੀ ਤੇ ਉਹ 2002 ਦੀ ਗੱਲ ਕਰਦੇ ਹੋਏ ਕਿੱਦਾਂ ਮਮਤਾ ਨੂੰ ਤਾੜਕਾ ਕਹਿ ਕੇ ਉਸਨੂੰ ਉਹਦਾ ਨਰਸੰਹਾਰ ਕਰਨ ਦੀ ਗੱਲ ਕਰ ਰਹੀ ਹੈ। ਉਹਨੂੰ ਕਹਿੰਦੇ ਰਾਵਣ ਤਾਂ ਬਹੁਤ ਵਧੀਆ ਸੀਗਾ, ਬੜਾ ਵੱਡਾ ਵਿਦਵਾਨ ਸੀ, ਬੜਾ ਵੱਡਾ ਦੇਸ਼। ਪਹਿਲਾਂ ਰਾਵਣ ਦੇ ਨਾਲ ਤੁਲਨਾ ਕਰਕੇ ਤੇ ਬਿਆਨ ਬਦਲਿਆ ਆਪਣਾ। ਪਹਿਲਾਂ ਰਾਵਣ ਕਹਿੰਦੇ ਸੀ ਵੀ ਰਾਵਣ ਹੈ ਉਹ ਮਮਤਾ ਬੈਨਰਜੀ, ਪਰ ਉਹਨੇ ਰਾਵਣ ਦਾ ਕਹਿੰਦਾ ਬੜਾ ਚੰਗਾ ਬੰਦਾ ਸੀ, ਉਹਦਾ ਦੇਸ਼ ਬੜਾ ਵਧੀਆ ਦਿਖਾਇਆ ਤੇ ਉਹਦਾ ਤਾੜਕਾ ਹੈਗੀ ਹੈ, ਤਾੜਕਾ ਰਾਖਸ਼ੀ ਹੈਗੀ ਹੈ। ਤੇ ਜਿਹੜੇ ਬੰਦਿਆਂ ਨੇ ਤਾੜਕਾ ਨੂੰ ਬੋਲ ਪਾਈ ਆ ਉਹ ਵੀ ਕਹਿੰਦੀ ਖੁੱਡਾ ਵਿੱਚ ਹੱਥ ਰੰਗੇ ਹੋਏ ਆ। ਰੋਈ ਵੀ ਆ ਮਮਤਾ, ਸੋਰੀ ਇਹ ਕੰਗਣਾ। ਅਸੀਂ ਹੁਣ ਇਹਨਾਂ ਦੇ ਹਵਾਲੇ ਪੇਸ਼ ਕਰ ਦਈਏ, ਇਸ ਤੋਂ ਇਹਨਾਂ ਦੇ ਹਵਾਲੇ ਪੇਸ਼ ਕਰ ਦਈਏ। ਰਾਸ਼ਟਰਪਤੀ ਰਾਜ ਮਤਲਬ ਕੀ ਇਹਦੇ ਤੇ ਇੱਕ ਐਕਸ਼ਨ ਨਹੀਂ ਬਣਦਾ ਕਿ ਦੇਸ਼ ਧਰੋਹੀ ਕਿਹਨਾਂ ਨੂੰ ਕਹਿ ਰਹੀ ਹੈ, ਕਿਵੇਂ ਕਹਿ ਰਹੀ ਹੈ? ਇਹਦੇ ਤੇ ਕੋਈ ਕੇਸ ਨਹੀਂ ਬਣਦਾ ਕਿ ਉਹ ਦੇਸ਼ ਦੀ ਜਨਤਾ ਨੇ ਭਾਰਤ ਦੇ ਸੰਵਿਧਾਨ ਦੇ ਤਹਿਤ ਆਪਣੀ ਵੋਟ ਦਾ ਅਧਿਕਾਰ ਦੇ ਕੇ ਤੀਜੀ ਵਾਰ ਉਹਨੂੰ ਮੁੱਖ ਮੰਤਰੀ ਬਣਾਇਆ, 7 ਵਾਰ ਉਹ ਮੈਂਬਰ ਪਾਰਲੀਮੈਂਟ ਬਣ ਚੁੱਕੀ। ਇਹਦਾ ਮਤਲਬ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਉਹ ਜਦੋਂ ਆਉਂਦੀ ਸੀ ਉਹ ਇੱਕ ਦੇਸ਼ ਧਰੋਹੀ ਮੈਂਬਰ ਪਾਰਲੀਮੈਂਟ ਬਣ ਕੇ ਆਉਂਦੀ ਰਹੀ ਹੈ। 7 ਵਾਰ ਮੈਂਬਰ ਪਾਰਲੀਮੈਂਟ ਬਣੀ ਹੈ, 3 ਵਾਰ ਉਹ ਸੂਬੇ ਦੀ ਮੁੱਖ ਮੰਤਰੀ ਬਣ ਰਹੀ ਹੈ। ਡਜ਼ਨਟ ਮੈਟਰ ਉਹਦਾ ਵਿਰੋਧ ਕਰਨ ਵਾਲੇ, ਉਹਨੂੰ ਸੌਣ ਵਾਲੇ। ਪਰ ਇਹ ਸਵਾਲ ਤੇ ਇੱਥੋਂ ਨਿਕਲਦਾ ਹੈ ਨਾ ਕਿ ਕੰਗਣਾ ਰਣੌਤ ਕੀ ਭਾਜਪਾ ਦਾ ਇੱਕ ਨਦਰ ਸਮਿਤਾ ਪਾਤਰਾ ਜਿਹੜੀ ਹੈ ਉਹ ਬੁਲਾਰਾ ਬਣ ਗਈ ਹੈ? ਇਹਨੂੰ ਕੀ ਇਹਦੇ ਨਾਲ ਤੂੰ ਦੇਸ਼ ਦੀ ਇੱਕ ਨਾਗਰਿਕ ਹੈ, ਤੇਰੇ ਕੋਲ ਸਿਕਿਉਰਿਟੀ ਤੈਨੂੰ ਦੇ ਦਿੱਤੀ ਗਈ ਆ, ਏਜੰਟ ਤੇਰੇ ਕੋਲ ਸਿਕਿਉਰਿਟੀ ਹੈ, ਕਿਤੇ ਇਹ ਤਾਂ ਨਹੀਂ ਕਿ ਜੇ ਮੈਂ ਇਸ ਤਰ੍ਹਾਂ ਦੀ ਬੋਲੀ ਨਾ ਬੋਲੀ ਤਾਂ ਮੇਰੀ ਸਿਕਿਉਰਿਟੀ ਨਾ ਕਿਤੇ ਵਾਪਸ ਲੈ ਲਈ ਜਾਵੇ।
ਸਿਕਿਉਰਿਟੀ ਦਾ ਵੀ ਹੈ ਚਾਵਲਾ ਸਾਹਿਬ, ਕੁਝ ਵਫਾਦਾਰੀ ਨਿਭਾਉਣ ਦੀ ਅੱਜ ਕੱਲ੍ਹ ਬੜੀ ਦੌੜ ਲੱਗੀ ਹੋਈ ਹੈ ਭਾਜਪਾ ਦੇ ਵਿੱਚ, ਵੱਡੇ ਵੱਡਿਆਂ ਲੋਕਾਂ ਵਿੱਚ ਵਫਾਦਾਰੀ ਨਿਭਾਉਣ ਦਾ ਥੋੜਾ ਬੜਾ ਜ਼ੋਰ ਚੱਲ ਰਿਹਾ। ਦੇਖੋ ਉਸ ਵੀ ਨਹੀਂ ਹੈਗੀ ਕੰਗਣਾ, ਇੱਕ ਡਰਾਮੇਬਾਜ਼ ਔਰਤ ਹੈਗੀ। ਡਰਾਮਾਬਾਜ਼ ਆ ਉਹ ਜਿਹੜੇ ਫਿਲਮਾਂ 'ਚ ਐਕਟਿੰਗ ਕਰਦੇ ਡਰਾਮੇ ਕਰਦੇ ਆ, ਉਸ ਨੇ ਆਪਣਾ ਸਰੀਰ ਦਾ ਨੰਗਨ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ। ਜਿੰਨਾ ਵੀ ਆਪਣੀ ਇੰਟਰਵਿਊ 'ਚ ਕਹਿੰਦੀ ਹੈ ਕੰਗਣਾ, ਆਪਣੀ ਇੰਟਰਵਿਊ 'ਚ ਕਹਿ ਰਹੀ ਆ ਵੀ ਉਸ ਨੂੰ ਬੜਾ ਕੁਛ ਸਮਰਪਿਤ ਕਰਨਾ ਪਿਆ, ਡਾਇਰੈਕਟਰਾਂ ਦੇ ਹਵਾਲੇ ਬੜਾ ਕੁਝ ਦੇਣਾ ਪਿਆ, ਉਹ ਲੋਕ ਸਮਝਦੇ ਆ। ਤੇ ਉਹ ਹੁਣ ਉਹ ਜਿਹੜੀ ਔਰਤ ਹੈਗੀ ਆ ਉਹ ਕਹਿ ਰਹੀ ਹੈ ਕਿ ਰਾਸ਼ਟਰਪਤੀ ਰਾਜ ਲਾਗੂ ਹੋਵੇ ਪੱਛਮੀ ਬੰਗਾਲ ਦੇ ਵਿੱਚ, ਕਿਉਂ ਉਹਨਾਂ ਨੂੰ ਆਪਾਂ ਰਾਜ ਦੇਈਏ। ਮਨਮੋਹਨ ਸਿੰਘ ਨੇ ਰਾਜ ਨੂੰ ਰਾਸ਼ਟਰੀ ਰਾਜ ਲਾਗੂ ਹੋਇਆ, ਨਹਿਰੂ ਨੇ ਵੀ ਕੀਤਾ ਸੀਗਾ, ਇੰਦਰਾ ਗਾਂਧੀ ਨੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਕਈ ਸੂਬਿਆਂ ਦੇ ਵਿੱਚ, ਆਪਾਂ ਤਾਂ ਨਹੀਂ ਕਰ ਸਕਦੇ, ਕਰੋ। ਤੇ ਕਿਉਂ ਨਹੀਂ ਕਰਦਾ, ਸਵਾਲ ਵੀ ਕਰ ਰਹੀ ਹੈ ਆਪਣੀ ਸਰਕਾਰ ਤੇ, ਇਹ ਹੈਗੀ ਆ। ਤੋ ਇਹ ਚਲੋ ਕੰਗਣਾ ਦਾ ਇਹ ਬਿਆਨ, ਪਰ ਕੇਸ ਦਰਜ ਕਿਉਂ ਨਹੀਂ ਹੋ ਰਿਹਾ ਇਸ ਔਰਤ ਤੇ? ਕੇਸ ਦਰਜ ਹੋਣਾ ਬਣਦਾ ਚਾਹੋ, ਦੇਸ਼ ਵਿਰੋਧੀ ਗਤੀਵਿਧੀ ਹੈ। ਜੇ ਟਵਿੱਟਰ ਨੂੰ ਗੌਰ ਹੋ ਸਕਦੀ ਹੈ ਤਾਂ ਦੇਸ਼ ਨੂੰ ਕਿਉਂ ਨਹੀਂ ਗੌਰ ਹੋ? 9058131320 ਤੁਸੀਂ ਉਸ ਤੋਂ ਕਾਲ ਕਰ ਸਕਦੇ ਹੋ। ਲਓ ਮੈਂ ਅਗਲੀ ਕਾਲ ਤੇ ਚੱਲਦੇ ਹਾਂ। ਔਰ ਸ਼੍ਰੋਮਣੀ ਕਮੇਟੀ ਗੁਰੂ ਰਾਮਦਾਸ ਹਸਪੀਟਲ ਦੇ ਵਿੱਚ ਆਕਸੀਜਨ ਬਣਾਉਣ ਬਾਰੇ ਸੋਚ ਰਹੀ। ਆਕਸੀਜਨ ਬਣਾ ਕੇ ਇਹ ਜਿਹੜੀ ਹੈ ਹਸਪੀਟਲ ਦਿੱਤੀ ਜਾਵੇਗੀ, ਬੀਬੀ ਜਗੀਰ ਕੌਰ ਨੇ ਕਿਹਾ। ਔਰ ਦੋਸਤੋ ਤੁਸੀਂ ਇਸ ਵਕਤ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਾਡੇ ਦੇਸ਼ ਨੂੰ ਇੱਕ ਗੱਲ ਚੱਲ ਰਹੀ ਸੀ ਕਿ ਪੈਸੇ ਭੇਜਣੇ ਜ਼ਰੂਰੀ ਨੇ। ਡੈਫੀਨੇਟਲੀ ਤੁਸੀਂ ਪੈਸੇ ਭੇਜਣੇ ਨੇ ਤੇ ਕਿਸੇ ਅਜਿਹੀ ਸੰਸਥਾ ਨੂੰ ਦੇਵੋ ਜਿਹੜੀ ਸੰਸਥਾ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਤੁਹਾਡੇ ਪੈਨੀ ਦਾ ਹਿਸਾਬ ਕਿਤਾਬ ਰੱਖਦੀ ਹੈ ਤੇ ਹਿਸਾਬ ਕਿਤਾਬ ਖਰਚੇਗੀ ਵੀ ਤੁਹਾਡੇ ਸਹੀ ਤਰੀਕੇ ਦੇ ਨਾਲ। ਤੁਹਾਡਾ ਪੈਸਾ ਜਿਹੜਾ ਹੈ ਉਹ ਹਰ ਥਾਂ ਤੇ ਜਿੱਥੇ ਮਨੁੱਖਤਾ ਦੀ ਆਫਤ ਦੇ ਵਿੱਚ ਮੁਸ਼ਕਲ ਦੇ ਵਿੱਚ ਉਹ ਪਹੁੰਚਦੀ ਹੈ, ਉਹ ਸੰਸਥਾ ਚੁਣੋ, ਸਿਲੈਕਟ ਕਰੋ। ਇਹ ਨਾ ਹੋਵੇ ਕਿ 75 ਪੈਸੇ ਖਾ ਜਾਣ ਤੇ 25 ਪੈਸੇ ਉੱਥੇ ਭੇਜਣ ਤੇ 25 ਦੇ ਵਿੱਚੋਂ 15 ਪੈਸੇ ਉਹ ਆਪਣੀਆਂ ਮਸ਼ਹੂਰੀਆਂ ਵਾਸਤੇ, ਵੱਡੀਆਂ ਫੋਟੋਆਂ ਲਵਾਉਣ ਵਾਸਤੇ, ਤੇ 10 ਪੈਸੇ ਵੀ ਗਾਂਹ ਪਹੁੰਚਣੇ ਕਿ ਨਹੀਂ ਪਹੁੰਚਣੇ ਇਹਦਾ ਖਿਆਲ ਰੱਖਿਓ। ਪੈਸੇ ਜ਼ਰੂਰ ਦਿਓ, ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ ਦੇਣੇ ਨਹੀਂ ਚਾਹੀਦੇ, ਫੰਡ ਦਿਓ, ਪਰ ਕੀ ਹਸਪੀਟਲ ਜਿਹੜੇ ਉੱਥੇ ਪ੍ਰਾਈਵੇਟ ਨੇ ਜਾਂ ਡਾਕਟਰ ਨੇ, ਹਾਂਜੀ, ਉਹਨਾਂ ਨੂੰ ਪੈਸੇ ਤੁਹਾਡੇ ਭੇਜੇ ਸਹੀ ਥਾਂ ਤੇ ਪਹੁੰਚਣਗੇ? ਕੁਝ ਲੋਕ ਸਵਾਲ ਉਠਾਉਂਦੇ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਆਕਸੀਜਨ ਜਿਹੜੀ ਹੈ ਉਹ ਲੰਗਰ ਲਾ ਦਿੱਤੀ ਗਈ, ਹਸਪੀਟਲਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ? ਉਹ ਹਸਪੀਟਲਾਂ ਵਾਲਿਆਂ ਤੇ ਉਸ ਆਕਸੀਜਨ ਨੇ ਫ੍ਰੀ ਲੈ ਕੇ ਗਾਹ ਵੇਚਣੀ ਹੈ। ਉਹਨਾਂ ਨੇ ਤਾਂ ਕਮਰਿਆਂ ਦੇ ਉੱਤੇ ਇੱਕ ਦਿਹਾੜੀ ਦਿਹਾੜੀਦਾਰ ਬੰਦਾ ਬਿਠਾਇਆ ਹੋਇਆ, ਇੱਕ ਬੰਦੇ ਨੂੰ ਕਮਰਾ ਦਿੱਤਾ ਵੀ ਤੈਨੂੰ ਦਿਹਾੜੀ ਦੇ ਇੰਨੇ ਪੈਸੇ ਮਿਲਨੇ ਆ। ਜਦੋਂ ਕੋਈ ਵੱਡੀ ਸਾਮੀ ਆ ਗਈ, ਧਨਾੜ ਬੰਦਾ ਆ ਗਿਆ, ਉਹਨੂੰ ਕਹਿਣਾ ਕਮਰਾ ਤਾਂ ਖਾਲੀ ਹੈ ਨਹੀਂ, ਉਹਨੂੰ ਕਹਿਣਾ ਵੀ ਚੱਲ ਠੀਕ ਹੈ 8-10 ਲੱਖ ਰੁਪਏ ਵਾਲੀ ਸਾਮੀ ਆ ਗਈ ਆ, ਉਹਨੂੰ ਦਿਹਾੜੀ ਦਿੱਤੀ ਹੈ 5 ਦਿਨ ਦੀ, 500 ਦੇ ਦੇਣਗੇ, 1000 ਦੇ ਦੇਣਗੇ, 5000 ਦੇ ਦੇਣਗੇ ਜਾਂ 20000, ਉਧਰ 8 ਲੱਖ ਵਾਲਾ ਆਇਆ ਤਾਂ ਉਹਨੂੰ ਕਮਰਾ ਮਿਲ ਜਾਊਗਾ। ਇੰਨੀ ਤੇ ਉੱਥੇ ਚੋਰ ਬਜ਼ਾਰੀ ਹੈ। ਤੇ ਕੀ ਸਾਡਾ ਪੈਸਾ ਜਿਹੜਾ ਭੇਜਿਆ ਹੋਇਆ ਉੱਥੇ ਸਹੀ ਪਹੁੰਚੇਗਾ? ਇਹ ਜ਼ਰੂਰ ਖਿਆਲ ਰੱਖਿਓ। ਪਲੱਸ ਬਾਹਰੋਂ ਅਰਬਾਂ ਖਰਬਾਂ ਰੁਪਇਆ ਪਹੁੰਚ ਚੁੱਕਾ ਹੈ। 10 ਮਿਲੀਅਨ ਸਾਡੇ ਦੇਸ਼ ਵੱਖ-ਵੱਖ ਸੂਬਿਆਂ ਨੂੰ ਕੀ ਪ੍ਰੋਪਰ ਮਿਲ ਗਿਆ? ਮੈਂ ਨਹੀਂ ਕਹਿ ਰਿਹਾ, ਪੰਜਾਬ ਦਾ ਹੀ ਇੱਕ ਮੰਤਰੀ ਕਹਿ ਰਿਹਾ ਕਿ ਸਾਨੂੰ ਬਾਹਰੋਂ ਆਏ ਹੋਏ ਫੰਡਿੰਗ ਦੇ ਵਿੱਚੋਂ ਇੱਕ ਪੈਸਾ ਵੀ ਨਹੀਂ ਮਿਲਿਆ ਪੰਜਾਬ ਨੂੰ। ਕਿਉਂ ਬਈ? ਕਿਉਂ? ਬਾਬਾ ਬਾਦਲ ਕਹਿੰਦਾ ਹੁੰਦਾ ਸੀ ਕਿ ਕੇਂਦਰ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਪੰਜਾਬ ਨਾਲ। ਕਿਉਂ? ਇਹ ਕਿਉਂ? ਜੇ ਦਿੱਤਾ ਹੈ ਤਾਂ ਸਰਕਾਰ ਨੂੰ ਜ਼ਰੂਰ ਦੱਸਣਾ ਚਾਹੀਦਾ ਵੀ ਇਹੀ ਦਿੱਤੇ ਆ। ਤੁਹਾਡੇ ਮੰਤਰੀ ਝੂਠ ਬੋਲ ਰਹੇ ਨੇ, ਅਜੇ ਤੱਕ ਇਹਦਾ ਵਿਰੋਧ ਕਿਉਂ ਨਹੀਂ ਹੋਇਆ? ਇਹਦਾ ਬਿਆਨ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ?
ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਮੰਤਰੀ ਝੂਠ ਬੋਲ ਰਹੇ ਨੇ, ਅਜੇ ਤੱਕ ਇਹਦਾ ਵਿਰੋਧ ਕਿਉਂ ਨਹੀਂ ਹੋਇਆ, ਇਹਦਾ ਬਿਆਨ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ? ਕਾਲਰ ਨੇ ਮੇਰੇ ਨਾਲ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹਾਂਜੀ ਕਿੱਦਾਂ ਜੀ? ਸਤਿ ਸ੍ਰੀ ਅਕਾਲ ਦਿਲਬਾਗ ਜੀ, ਸਤਿ ਸ੍ਰੀ ਅਕਾਲ ਜੀ। ਦੋ ਚੀਜ਼ਾਂ ਮੈਂ ਫਟਾਫਟ ਕਲੀਅਰ ਕਰਦੇ ਆ। ਪਹਿਲੀ ਤਾਂ ਇਹ ਆ ਜਿਹੜੀ ਦਿੱਲੀ ਦੇ ਜਿਹੜੀ ਤੁਸੀਂ ਸ਼ਮਸ਼ਾਨ ਘਾਟ ਦੀ ਗੱਲ ਕਰ ਰਹੇ ਨੇ, ਉੱਥੇ ਇਲੈਕਟ੍ਰਿਕ ਹੈਗੇ ਨੇ, ਉਹ ਵੀ ਬੜੇ ਬਿਜ਼ੀ ਨੇ। ਤੇ ਮੇਰੀ ਉਹ ਕਜ਼ਨ ਸਿਸਟਰ ਦੀ ਡੈਥ ਹੋਈ ਆ ਤੇ ਉਹਨਾਂ ਨੂੰ ਟੋਕਨ ਦੇ ਦਿੱਤਾ। ਉਹ ਕਹਿੰਦੇ ਵੀ ਤੁਹਾਨੂੰ ਅਸੀਂ ਕਾਲ ਕਰਾਂਗੇ, ਨੰਬਰ ਰੱਖ ਲਿਆ, ਤੇ ਹਲੇ ਤਾਂ ਕਈ ਦਿਨ ਬੀਤ ਗਏ ਨੇ, ਕੋਈ ਕਾਲ ਨਹੀਂ ਆਈ। ਉਹ ਮਸਲਾ ਬੜਾ ਗੰਭੀਰ ਆ ਉੱਥੇ। ਇੱਕ ਮਿੰਟ ਕੀ ਨਾਂ ਤੁਹਾਡਾ? ਮੇਰਾ ਨਾਮ ਜਸਵੀਰ ਸਿੰਘ। ਤੁਸੀਂ ਕਹਿ ਰਹੇ ਹੋ ਕਿ ਟੋਕਨ ਦੇ ਦਿੱਤਾ, ਕਈ ਦਿਨ ਹੋ ਗਏ ਨੇ, ਤੇ ਬੋਡੀ ਕਿੱਥੇ ਰੱਖੀ ਹੈ ਫਿਰ? ਉਹੀ ਤਾਂ ਨਹੀਂ ਪਤਾ ਲੱਗਦਾ ਨਾ। ਉਹ ਸਿਰਫ ਇੱਕ ਟੋਕਨ ਦੇ ਦਿੰਦੇ ਨੇ। ਉਹ ਕਹਿੰਦੇ ਕਿ ਜਦੋਂ ਅਸੀਂ ਡਿਲੀਵਰ ਕਰਾਂਗੇ, ਕਿਹੜੇ ਸ਼ਮਸ਼ਾਨ ਘਾਟ 'ਚ ਕਰਾਂਗੇ, ਫਿਰ ਤੁਹਾਨੂੰ ਫੋਨ ਕਰਕੇ ਦੱਸਾਂਗੇ। ਮਤਲਬ ਸੰਸਕਾਰ ਕਰਨ ਵਾਸਤੇ ਜਗ੍ਹਾ ਨਹੀਂ ਹੈਗੀ, ਤੇ ਬੋਡੀ ਜਿਹੜੀਆਂ ਨੇ ਉਹਨਾਂ ਨੂੰ ਫਰੀਜ਼ ਕਰਨ ਵਾਸਤੇ ਉਹ ਜਿਹੜੇ ਬਣੇ ਹੋਏ ਨੇ ਉਹਨਾਂ ਕੋਲ ਜੁਗਾੜ। ਉਹੀ ਤੇ ਗੱਲ ਆ ਨਾ, ਨਹੀਂ ਦੱਸਦੇ ਨਾ ਉਹ ਕਿੱਥੇ। ਉਹ ਕਹਿੰਦੇ ਬਸ ਅਸੀਂ ਉੱਥੇ ਭੇਜਤੀ ਆ ਜੀ, ਉਹ ਜਿੱਥੇ ਜਗ੍ਹਾ ਰੱਖਣ ਵਾਲੀ ਆ। ਉਹ ਮਤਲਬ ਉੱਥੇ ਕੋਈ ਨਹੀਂ ਪੁੱਛਦਾ, ਕੋਈ ਨਹੀਂ ਦੱਸਦਾ। ਉਹ ਟੋਕਨ ਉਹਨਾਂ ਨੇ ਦੇ ਦਿੱਤਾ। ਉਹ ਕਹਿੰਦੇ ਅਸੀਂ ਤੁਹਾਨੂੰ ਕਾਲ ਕਰਾਂਗੇ, ਤੁਹਾਡਾ ਨੰਬਰ ਅਸੀਂ ਨੋਟ ਕਰ ਲਿਆ। ਹਾਂਜੀ, ਤੁਸੀਂ ਆਪਣੀ ਗੱਲ ਜਾਰੀ ਇਹ ਹਾਲ ਆ ਭਾਰਤ ਦਾ। ਤੇ ਦੂਸਰੀ ਗੱਲ ਇਸ ਤਰ੍ਹਾਂ ਹੈਗੀ ਆ ਕਿੱਦਾਂ ਜੀ? ਸਾਹਿਬ, ਇੱਥੇ ਕੱਲਾ ਮੈਂ ਸਮਝਦਾ ਕਿ ਜਦੋਂ ਇਹ ਮਹਾਂਮਾਰੀ ਇਟਲੀ ਦੇ ਵਿੱਚ ਆਈ ਹੈ, ਚਾਈਨਾ ਦੇ ਵਿੱਚ ਆਈ ਹੈ, ਅਮਰੀਕਾ ਦੇ ਵਿੱਚ ਆਈ ਹੈ, ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਇੱਕ ਬੰਦਾ ਥੱਕ ਗਿਆ ਸੀਗਾ ਤੇ ਉਹ ਸੁੱਤਾ ਪਿਆ ਸੀਗਾ, ਵਿਚਾਰੇ ਨੂੰ, ਉਹਨੂੰ ਸੁੱਤੇ ਪਿਆ ਨੂੰ ਚੱਕ ਕੇ ਅੱਗ 'ਚ ਸੁੱਟ ਦਿੱਤਾ ਸੀ ਉਹ ਬੰਦੇ ਵਿੱਚ। ਇਹ ਇਕੱਲੇ ਭਾਰਤ ਵਿੱਚ ਹੀ ਨਹੀਂ ਹੈ, ਇਹ ਸਾਰਿਆਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਸਰਕਾਰੀ ਤੌਰ ਤੇ ਸਾਰੇ ਦੇਸ਼ ਜਿੰਨੇ ਮਰਜ਼ੀ ਦਮ ਗਜੇ ਮਾਰੀ ਜਾਣ, ਉਹਨਾਂ ਦੇ ਚਿਹਰੇ ਨੰਗੇ ਹੋ ਗਏ ਨੇ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਇਹੋ ਜਿਹੀਆਂ ਕੋਈ ਮਹਾਂਮਾਰੀਆਂ, ਉਹਨਾਂ ਵਾਸਤੇ ਸਾਡੇ ਕੋਲ ਲੋੜੀਂਦੇ ਪ੍ਰਬੰਧ ਨਹੀਂ ਹਨ। ਇਹ ਠੀਕ ਹੈ ਕਿ ਸਾਡੇ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਦੇ ਘਰ ਵਾਲੀ ਦੇ ਗੋਡੇ ਆਪਣੇ ਗੋਡੇ ਗਾਡੇ ਦੁਖਦੇ ਹੋਣ, ਤਾਂ ਬਜਾਏ ਇਸ ਦੇ ਕਿ ਅਸੀਂ ਉੱਥੇ ਆਪਣੇ ਦੇਸ਼ ਦੇ ਵਿੱਚ ਏਡੇ ਵੱਡੇ ਹਸਪੀਟਲ ਬਣਾਈਏ, ਇਹਨਾਂ ਤੱਕ ਸਰਕਾਰੀ ਇਲਾਜ ਜਿਹੜਾ ਸਰਕਾਰ ਦਾ ਜਿਹੜਾ ਖਰਚਾ ਹੈ ਉਹ ਸਰਕਾਰ ਨੇ ਕਰਨਾ, ਹਾਂਜੀ ਟੈਕਸ ਪੇਅਰ ਨੇ ਕਰਨਾ, ਚਾਹੇ ਭਾਰਤ ਦਾ ਕੋਈ ਵੀ ਹੋਵੇ। ਇਹਨਾਂ ਦੀਆਂ ਤੇ ਪਰਿਵਾਰਾਂ ਦੇ ਜਿਹੜੇ ਗੋਡੇ ਨੇ ਉਹ ਅਮਰੀਕਾ ਦੇ ਵਿੱਚ ਆ ਕੇ ਬਦਲ ਹੋਣੇ ਨੇ, ਪਰ ਇਹਨਾਂ ਦੇ ਵਿੱਚ ਇੰਨੀ ਅਕਲ ਨਹੀਂ ਹੈਗੀ ਕਿ ਅਸੀਂ ਇਹੋ ਜਿਹੇ ਉੱਥੇ ਜਿਹੜੇ ਸਾਡੇ ਹਸਪੀਟਲ ਤਿਆਰ ਕਰੀਏ। ਸਾਡੇ ਦੇਸ਼ ਦਾ ਜਿਹੜਾ ਪੜ੍ਹਿਆ ਲਿਖਿਆ ਕਰੀਮ, ਜਿਹੜੇ ਸਾਡੇ ਦੇਸ਼ ਦੇ ਡਾਕਟਰ ਇੰਜੀਨੀਅਰ ਜਿਹੜੇ ਨੇ ਉਹ ਬਾਹਰਲੇ ਮੁਲਕਾਂ ਨੂੰ ਦੌੜ ਰਹੇ ਨੇ, ਤੇ ਅਸੀਂ ਉਹਨਾਂ ਨੂੰ ਉੱਥੇ ਜੌਬਾਂ ਦਈਏ। ਮਾਫ ਕਰਨਾ, ਆ ਸੰਸਦ ਹਾਲ ਬਣ ਰਿਹਾ, ਕਿੰਨੇ ਕਰੋੜ ਰੁਪਈਆ ਲੱਗਣਾ, ਫਿਲਹਾਲ ਰੁਕਿਆ ਜਾ ਸਕਦਾ। ਆਵਾਜ਼ਾਂ ਉੱਠ ਰਹੀਆਂ ਨੇ ਕਿ ਅਜੇ ਤੁਹਾਨੂੰ ਹਸਪੀਟਲ ਬਣਾਉਣ ਦੀ ਲੋੜ ਹੈ। ਕੀ ਟੈਂਪਰੇਰੀ ਆਕਸੀਜਨ, ਜਿਵੇਂ ਬੀਬੀ ਕਹਿ ਰਹੀ ਹੈ ਕਿ ਆਕਸੀਜਨ ਬਣਾਵੇਗੀ, ਇਸ ਤਰ੍ਹਾਂ ਦੇ ਬਣਾਏ ਨਹੀਂ ਜਾ ਸਕਦੇ ਰਾਤੋਂ ਰਾਤ। ਸਾਡੇ ਦੇਸ਼ ਦੇ ਕੋਲ ਸਭ ਕੁਝ ਹੈਗਾ, ਸਾਰਾ ਕੁਝ ਹੈਗਾ, ਸਾਰੀ ਪਾਵਰ ਹੈਗੀ ਹੈ, ਸਾਰੀਆਂ ਸੁਵਿਧਾਵਾਂ ਹੈਗੀਆਂ ਨੇ। ਕਿੱਦਾਂ ਜੀ? ਮੇਰਾ ਇੱਕ ਸਵਾਲ ਜਿਹੜਾ ਹੈ ਪੁੱਛ ਲਵਾਂ ਦਿਲਬਾਗ ਜੀ? ਜੀ ਪੁੱਛੋ ਜੀ। ਮੈਂ ਇਹ ਕਹਿਣਾ ਚਾਹੁੰਦਾ, ਜਿੱਦਾਂ ਆਪਾਂ ਪਿਕਚਰਾਂ 'ਚ ਵੀ ਦੇਖਦੇ ਹਾਂ, ਵੈਸੇ ਆਪਾਂ ਰਿਐਲਿਟੀ ਵਿੱਚ ਵੀ ਜਾਣਦੇ ਹਾਂ ਵੀ ਜਿੰਨਾ ਸਟਰੋਂਗ ਆਪਣਾ ਨੈਗੇਟਿਵ ਕਰੈਕਟਰ ਹੁੰਦਾ ਫਿਲਮਾਂ ਦੇ ਵਿੱਚ, ਉਨਾ ਹੀ ਵੱਡਾ ਹੀਰੋ ਬਣਦਾ। ਤੇ ਇਸੇ ਤਰ੍ਹਾਂ ਜਿੱਦਾਂ ਇਹ ਸਾਰਾ ਜਿਹੜਾ ਸੈਂਟਰ ਸੀ ਉਹ ਮਮਤਾ ਦੇ ਖਿਲਾਫ ਜਾ ਕੇ ਖੜਾ ਹੋਇਆ, ਉਹ ਐਡੇ ਵੱਡਾ ਮਤਲਬ ਕਿ ਫੇਰ ਵੀ ਬੁਰੀ ਤਰ੍ਹਾਂ ਹਾਰੇ, ਸੀਟਾਂ ਘੱਟ ਹੋਣ ਤਾਂ ਇਹਦੀ ਬੁਰੀ ਤਰ੍ਹਾਂ ਹੀ ਰੱਖਾਂਗੇ ਆਪਾਂ। ਮਮਤਾ ਬੈਨਰਜੀ ਬੜੀ ਹੀਰੋ ਬਣ ਕੇ ਉੱਭਰੀ ਹੈ ਭਾਰਤ ਵਿੱਚ। ਚਾਵਲਾ ਸਾਹਿਬ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ, ਤੇ ਉਹ ਮੰਗ ਵੀ ਉੱਠੀ ਹੈ ਮੇਰੇ ਖਿਆਲ 'ਚ। ਅੱਗੇ ਇਹ ਮੰਗ ਪ੍ਰਭਾਵੀ ਵੀ ਹੋ ਸਕਦੀ ਹੈ, ਪਰ ਕਾਂਗਰਸ ਵੱਲੋਂ ਵੀ ਇਸ ਤਰ੍ਹਾਂ ਗੱਲ ਕੀਤੀ ਜਾ ਸਕਦੀ ਹੈ। ਚਾਵਲਾ ਸਾਹਿਬ ਜੀ ਚਲੋ ਐਨੀ ਇਹ ਗੱਲ ਵੱਖਰੀ ਹੈ ਕਿ ਬੁਰੀ ਤਰ੍ਹਾਂ ਲਫ਼ਜ਼ ਜਿੱਥੇ ਢੁਕਦਾ ਜਾਂ ਨਹੀਂ ਢੁਕਦਾ, 3 ਤੋਂ 17 ਤੱਕ ਜਾਣਾ ਇਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਭਾਜਪਾ ਦੀ ਮੰਨੀ ਜਾ ਸਕਦੀ ਹੈ। ਜੇ ਆਪਾਂ ਨਿਰਪੱਖ ਖਬਰਾਂ ਦੀ ਜਿਹੜੀ ਬੁਲੇਟਿਨ ਦੇ ਵਿੱਚ ਇਹ ਗੱਲ ਐਡ ਕਰੀਏ ਤਾਂ ਉਹ ਬਰਾਬਰਤਾ ਹੋਵੇਗੀ ਇਹਨੂੰ ਬੈਲੈਂਸ ਰੱਖਣ ਵਾਸਤੇ ਕਿ ਬੁਰੀ ਤਰ੍ਹਾਂ ਵਾਲਾ ਲਫ਼ਜ਼ ਜਿਹੜਾ 3 ਤੋਂ ਲੋਕ ਸਭਾ ਦੀ ਗੱਲ ਕਰ ਰਿਹਾ, ਲੋਕ ਸਭਾ ਦੇ ਵਿੱਚ ਜਿਹੜੀ ਸੀਟਾਂ ਦੀ ਜਿੱਤ, ਪਰ ਉਹਦੇ ਵਿੱਚ 2% ਦਾ ਵੇਖੋ ਇੰਨਾ ਕੀਦਾ ਸਾਹਿਬ, ਕਾਂਗਰਸ ਦਾ ਉੱਥੇ ਉੱਦਾਂ ਹੀ ਕੁਝ ਨਹੀਂ ਬਣਿਆ। ਤੇ ਜੇ ਇੰਨਾ ਕੁਝ ਹੋ ਰਿਹਾ, ਚਲੋ ਨੋਟਬੰਦੀ ਹੋ ਗਈ, ਉੱਥੇ ਲੋਕ ਉਮੜ ਆਏ, ਬੀਬੀ ਦਾ ਆਪਣਾ ਆਧਾਰ ਹੈਗਾ ਹੈ,
ਔਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨ ਵੀ ਪਹੁੰਚੇ ਨੇ ਉੱਥੇ, ਇਹਨਾਂ ਦਾ ਆਪਣਾ ਲਾਣਾ ਬਾਣਾ ਉੱਥੇ ਪਹੁੰਚਿਆ, ਸਿਰਫ 2% ਦੀ ਗਿਰਾਵਟ ਆਈ ਹੈ। ਜੇ ਉਹਦੀ ਵੀ ਆਪਾਂ ਗੱਲ ਕਰੀਏ, ਉਹਦੇ ਵੀ ਅੰਕੜੇ ਵੇਖੀਏ ਤਾਂ ਇਹ ਬੁਰੀ ਤਰ੍ਹਾਂ ਬੜਾ ਲਫ਼ਜ਼ ਜਿਹੜਾ ਚਲੋ 3 ਤੋਂ 70 ਤੱਕ ਜਾਣਾ ਉਹ ਵੀ ਭਾਜਪਾ ਦੀ ਬੜੀ ਵੱਡੀ ਪ੍ਰਾਪਤੀ ਹੈ। ਐਰਕੀ ਨਹੀਂ ਤਾਂ ਅਗਲੀ ਵਾਰੀ ਜ਼ਰੂਰ ਉਹ ਮੋਰਚਾ ਫਤਿਹ ਕਰ ਲੈਣਗੇ। ਨਹੀਂ 3 ਤੋਂ 70 ਤੱਕ ਜਾਣਾ ਪ੍ਰਾਪਤੀ ਹੈ, ਇਹ ਮੰਨੀ ਜਾ ਸਕਦੀ ਹੈ ਭਾਜਪਾ ਦੀ। ਚਲੋ ਭਾਵਾਂ ਕਿ 2 ਮਹੀਨੇ ਪ੍ਰਧਾਨ ਮੰਤਰੀ ਸਿਰ ਤੋੜ ਯਤਨ ਕਰਦੇ ਰਹੇ ਉੱਥੇ, ਉਹਨਾਂ ਨੂੰ ਹੋਰ ਕੋਈ ਦਿਖਾਈ ਦਿੱਤਾ ਹੀ ਨਹੀਂ ਕਿ ਹੋਰ ਕੋਈ ਹੈ ਦੇਸ਼ ਦੇ ਵਿੱਚ ਸੂਬਾ ਜਿੱਥੇ ਜਾਣਾ ਕਿ ਨਹੀਂ ਜਾਣਾ। ਜੀ ਥੈਂਕ ਯੂ ਵੈਰੀ ਮੱਚ, ਫਿਰ ਮਿਲਦੇ ਹਾਂ ਜੀ, ਸਤਿ ਸ੍ਰੀ ਅਕਾਲ। ਧੰਨਵਾਦ, ਬਹੁਤ ਸ਼ੁਕਰੀਆ। ਬਸ ਇੱਕ ਲਾਸਟ ਲਾਈਨ ਕਹਿਣ ਲੱਗਿਆ, ਜੱਸਾ ਸਿੰਘ ਰਾਮਗੜ੍ਹ ਦਾ ਅੱਜ ਪ੍ਰਕਾਸ਼ ਜਨਮ ਦਿਨ ਹੈ ਜੀ ਤੁਹਾਡੇ ਅੱਜ ਹੈ? ਹਾਂਜੀ ਸਾਡੇ ਅੱਜ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।